ਸਤਿਕਾਰਯੋਗ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਾਂ ਸ਼੍ਰੀ ਸੁਖਮਨੀ ਸਾਹਿਬ ਦੇ 6ਵੀਂ ਅਸ਼ਟਪਦੀ ਦਾ ਇੱਕ ਪਦ ਕਰ ਲਿਆ ਸੀ। ਅੱਜ ਦੂਸਰੇ ਪਦ ਦੀ ਕਥਾ ਸ਼ੁਰੂ ਹੋ ਰਹੀ ਹੈ। 6ਵੀਂ ਅਸ਼ਟਪਦੀ। ਜਿਹ ਪ੍ਰਸਾਦ ਪਾਟ ਪਟੰਬਰ ਹੰਡਾਵੇਂ, ਤਿਸੈ ਤਿਆਗ ਕਤ ਅਵਰ ਲੁਭਾਵੇਂ। ਹੇ ਇਨਸਾਨ, ਜਿਹ ਪ੍ਰਸਾਦ ਜਿਸ ਦੀ ਕਿਰਪਾ ਨਾਲ ਪਾਟ ਪਟ ਭਾਵ ਰੇਸ਼ਮ, ਪਟੰਬਰ ਰੇਸ਼ਮ ਦੇ ਕੱਪੜੇ, ਜਿਹਦੀ ਕਿਰਪਾ ਨਾਲ ਤੂੰ ਰੇਸ਼ਮੀ ਕੱਪੜੇ ਪਾਉਣਾ ਹੰਡਾਉਣਾ, ਤਿਸੈ ਤਿਆਗ ਕਤ ਅਵਰ ਲੁਭਾਵੇਂ। ਉਹਨੂੰ ਛੱਡ ਕੇ ਤੂੰ ਹੋਰਾਂ ਦੇ ਵਿੱਚ ਕਿਉਂ ਲੁਭਾਇਮਾਨ ਹੈ? ਜਿਹਦੀ ਕਿਰਪਾ ਨਾਲ ਤੂੰ ਇੰਨੇ ਸੁੰਦਰ ਕੱਪੜੇ ਪਾਉਣੇ, ਕਿਉਂਕਿ ਉਸ ਵੇਲੇ ਰੇਸ਼ਮੀ ਕੱਪੜੇ ਸਭ ਤੋਂ ਮਹਿੰਗਾ ਕੱਪੜਾ ਗਿਣਿਆ ਗਿਆ ਸੀ। ਵੈਸੇ ਰੇਸ਼ਮੀ ਕੱਪੜਾ ਦਰਮਿਆਨੇ ਲੋਕਾਂ ਲਈ ਨਹੀਂ, ਇਹ ਬਹੁਤ ਅਮੀਰਾਂ ਲਈ ਹੈ, ਕਿਉਂਕਿ ਇਹ ਧੋਤਾ ਨਹੀਂ ਜਾਂਦਾ, ਇਹਨੂੰ ਡਰਾਈ ਕਲੀਨ ਕਰਨਾ ਪੈਂਦਾ, ਇਹ 'ਚ ਵੱਟ ਛੇਤੀ ਪੈਂਦੇ ਨੇ, ਪਰ ਕੀਮਤੀ ਹੁੰਦਾ ਹੈ। ਸੋ ਗੁਰੂ ਮਹਾਰਾਜ ਦੇ ਹੇ ਇਨਸਾਨ, ਜਿਸ ਦੀ ਕਿਰਪਾ ਨਾਲ ਤੂੰ ਰੇਸ਼ਮੀ ਕੱਪੜੇ ਹੰਡਾਉਣਾ, ਪਾ ਬਹੁਤ ਮਹਿੰਗੇ ਕੱਪੜੇ ਪਾਉਣਾ, ਤਿਸੈ ਤਿਆਗ ਉਸ ਨੂੰ ਤਿਆਗ ਕੇ ਕਤ ਅਵਰ ਲੁਭਾਵੇਂ। ਕਿਉਂ ਹੋਰਾਂ ਦੇ ਵਿੱਚ ਤੂੰ ਵਿੱਚ ਲੁਭਾਇਮਾਨ ਹੋ ਰਿਹਾ? ਜਿਹ ਪ੍ਰਸਾਦ ਸੁਖ ਸੇਜ ਸੋਈਜੈ, ਜਿਸ ਦੀ ਕਿਰਪਾ ਨਾਲ ਤੂੰ ਸੁਖਦਾਇਕ ਬਿਸਤਰਿਆਂ 'ਤੇ ਸੌਂਦਾ ਹੈ। ਸੇਜ ਉਹ ਬਿਸਤਰਾ ਜਿਸ 'ਤੇ ਆਪਾਂ ਸੌਂਦੇ ਹਾਂ। ਕਹਿੰਦਾ ਜਿਨ੍ਹਾਂ ਬਿਸਤਰਿਆਂ ਤੂੰ ਸੁੱਖ ਨਾਲ ਸੌਂਦਾ ਹੈ, ਮਨ 8 ਪਹਿਰ ਤਾਕਾ ਜਸ ਗਾਵੀਜੈ। ਹੇ ਮਨ, 8 ਪਹਿਰ, 8 ਪਹਿਰ, 3 ਘੰਟਿਆਂ ਦਾ ਇੱਕ ਪਹਿਰ ਹੁੰਦਾ ਹੈ, 24 ਘੰਟਿਆਂ ਦਾ ਦਿਨ ਰਾਤ ਹੁੰਦਾ ਹੈ। 8 ਪਹਿਰ ਭਾਵ ਹਰ ਵਕਤ ਤਾਕਾ ਉਸ ਦਾ ਭਾਵ ਉਸ ਪਰਮਾਤਮਾ ਦਾ ਜਸ ਗਾਵੀਜੈ। ਗਾਵੀਜੈ ਉਹਦਾ ਜਸ ਗਾ, ਭਾਵ ਉਹਦਾ ਜਸ ਕਰ, ਉਹਦੀ ਵਡਿਆਈ ਕਰ। ਹੇ ਮਨ, ਜਿਸ ਦੀ ਕਿਰਪਾ ਨਾਲ ਤੂੰ ਰੇਸ਼ਮੀ ਕੱਪੜੇ ਹੰਡਾਉਣਾ, ਜਿਸ ਦੀ ਕਿਰਪਾ ਨਾਲ ਤੂੰ ਵਧੀਆ ਬਿਸਤਰਿਆਂ 'ਤੇ ਸੌਂਦਾ, ਉਸ ਪਰਮਾਤਮਾ ਤੂੰ ਹੇ ਮਨਾ 8 ਪਹਿਰ ਜਸ ਕਰ। ਅਤੇ ਜਸ ਕਰਨ ਦਾ ਸੌਖਾ ਢੰਗ ਹੈ ਵਾਹਿਗੁਰੂ 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 ਕਰਨਾ। ਆਹ ਬਾਣੀ ਪੜ੍ਹਨਾ ਵੀ ਉਹਦੀ ਵਡਿਆਈ ਕਰਨਾ, ਸਿਮਰਨ ਕਰਨਾ ਵੀ ਉਹਦੀ ਵਡਿਆਈ ਕਰਨਾ। ਸੋ 8 ਪਹਿਰ ਜਾਪ ਕਰਨ, ਉੜਦੇ ਬੈਠਦੇ ਤੁਰਦੇ ਫਿਰਦੇ ਜਿੰਨਾ ਵੀ ਸਮਾਂ ਮਿਲੇ ਵੱਧ ਤੋਂ ਵੱਧ ਜਾਪ ਕਰੋ। ਕਈ ਵਾਰੀ ਬੰਦਾ ਕਹਿੰਦਾ ਜੀ 8 ਪਹਿਰ ਕਿਵੇਂ ਹੋ ਸਕਦਾ? ਹੋ ਤਾਂ ਸਭ ਕੁਝ ਸਕਦਾ। ਜੇ ਸਾਡੇ ਬਾਹਰ ਬੱਚੇ ਜਗ 18 ਘੰਟੇ ਲੇਬਰ ਕਰ ਸਕਦੇ ਹਨ, ਤਾਂ ਫਿਰ ਸਾਰਾ ਸਮਾਂ ਸਿਮਰਨ ਕਿਉਂ ਨਹੀਂ ਹੋ ਸਕਦਾ? ਪਰ ਕਿਉਂਕਿ ਇਹਦੀ ਮਹਿਮਾ ਨਹੀਂ ਪਤਾ ਹੈਗਾ, ਇਸ ਦੀ ਮਹਾਨਤਾ ਦਾ ਨਹੀਂ ਪਤਾ ਹੈਗਾ, ਇਸ ਲਈ ਲੋਕ ਇਸ ਪਾਸੇ ਬਹੁਤ ਘੱਟ ਲੱਗਦੇ ਹਨ। ਜਿਉਂ-ਜਿਉਂ ਬਾਣੀ ਦੇ ਨਾਮ ਦੀ ਮਹਾਨਤਾ ਦਾ ਪਤਾ ਲੱਗੀ ਜਾਏਗਾ, ਇਹ ਬੰਦਾ ਵੱਧ ਤੋਂ ਵੱਧ ਫਿਰ ਬਾਣੀ ਪੜ੍ਹੇਗਾ, ਨਾਮ ਜਪੇਗਾ। ਕਿਉਂਕਿ ਜਿਵੇਂ ਹਾਥੀ ਦੀ ਪੈੜਾਂ 'ਚ ਸਾਰੀਆਂ ਪੈੜਾਂ, ਕਿਉਂਕਿ ਹਾਥੀ ਦਾ ਪੈਰ ਸਭ ਤੋਂ ਵੱਡਾ ਪੈਰ ਹੁੰਦਾ ਪਸ਼ੂਆਂ ਨਾਲੋਂ, ਇਸ ਲਈ ਪਰਮਾਤਮਾ ਦੇ ਨਾਮ ਦੇ ਵਿੱਚ ਸਭ ਕੁਛ ਹੈ। ਜੋ ਕੁਛ ਵੀ ਤੁਸੀਂ ਚਾਹੁੰਦੇ ਹੋ ਪਰਮਾਤਮਾ ਦੇ ਨਾਮ ਤੋਂ ਤੁਹਾਨੂੰ ਮਿਲ ਸਕਦਾ ਹੈ। ਜ਼ਿੰਦਗੀ 'ਚ ਭਟਕਣ ਦੀ ਲੋੜ ਨਹੀਂ, ਦੁਖੀ ਹੋਣ ਦੀ ਲੋੜ ਨਹੀਂ, ਉਹਦੀ ਥਾਂ 'ਤੇ ਤੁਸੀਂ ਨਾਮ ਜਪੋ। ਨਾਮ ਦੀ ਬਰਕਤ ਨਾਲ ਤੁਹਾਡੇ ਕਾਰੋਬਾਰ 'ਚ ਵਾਧੇ ਹੋਣਗੇ। ਬਾਣੀ ਨਾਮ ਦੀ ਬਰਕਤ ਨਾਲ ਤੁਹਾਨੂੰ ਜਿਹੜਾ ਕੋਈ ਕੰਮ ਧੰਦਾ ਮਿਲ ਜਾਏਗਾ। ਹੁਣ ਜਿਵੇਂ ਦੇਖੋ ਪੰਜਾਬ ਦੇ ਵਿੱਚ
ਵਿੱਚੋਂ ਬਹੁਤ ਸਾਰੇ ਮਜ਼ਦੂਰ ਵਾਪਸ ਆਪਣੇ ਆਪਣੇ ਸੂਬਿਆਂ ਨੂੰ ਜਾ ਰਹੇ ਨੇ। ਹੁਣ ਕਾਰਖਾਨੇਦਾਰਾਂ ਨੂੰ ਵੀ ਵਰਕਰ ਚਾਹੀਦੇ ਨੇ, ਦੁਕਾਨਦਾਰਾਂ ਨੂੰ ਵੀ ਚਾਹੀਦੇ ਨੇ। ਹੁਣ ਪੰਜਾਬ ਦੇ ਲੋਕਾਂ ਨੂੰ ਮੌਕਾ ਮਿਲਿਆ ਹੋਇਆ, ਜਿੰਨਾ ਯੂਥ ਹੈ ਇਹ ਸਾਰੇ ਜਾਓ ਕਾਰਖਾਨੇ ਵਾਲੇ ਕੋਲ, ਉਹਨਾਂ ਨੂੰ ਕਹੋ ਭਾਈ ਮੈਂ ਇੰਨਾ ਪੜ੍ਹਿਆ ਲਿਖਿਆ ਆ ਹਾਂ, ਅਤੇ ਜਦੋਂ ਤੁਹਾਨੂੰ ਲੋੜ ਹੋਏ ਮੈਨੂੰ ਨੌਕਰੀ ਦਿਓ। ਕੱਲ੍ਹ ਹੀ ਮੈਂ ਇੱਕ ਮਜ਼ਦੂਰ ਨੂੰ ਭੇਜਿਆ ਸੀ, ਮੇਰੇ ਕੋਲ ਆ ਗਿਆ। ਮੈਂ ਕਿਹਾ ਭਾਈ ਤੂੰ ਨਾ ਜਾ ਫੋਕਲ ਪੁਆਇੰਟ ਜਾਂ ਜਿਹੜਾ ਇੰਡਸਟਰੀ ਏਰੀਆ ਜਾ, ਉੱਥੇ ਜਾ ਕੇ ਜਿੰਨੇ ਕਾਰਖਾਨੇ ਦੁਕਾਨਦਾਰ ਨੇ ਉਹਨਾਂ ਕੋਲ ਜਾ, ਵੀ ਜੇ ਤੁਹਾਨੂੰ ਕੋਈ ਮਜ਼ਦੂਰ ਚਾਹੀਦਾ ਕਿ ਮੈਂ ਹਾਜ਼ਰ ਹਾਂ। ਅਤੇ ਅੱਜ ਉਹ ਜਾ ਰਿਹਾ ਸੀ 8 ਵਜੇ, ਕਦੋਂ ਮੈਨੂੰ ਕੰਮ ਮਿਲ ਗਿਆ ਬਾਬਾ ਜੀ। ਮੌਕਾ ਹੁਣ, ਮੌਕੇ ਦਾ ਲਾਭ ਉਠਾਉਣਾ ਚਾਹੀਦਾ, ਬਜਾਏ ਕਿ ਧੱਕੇ ਖਾਈ ਜੋ ਫਰੀ ਜੋ ਵਿਹਲੇ। ਹਾਂਜੀ, ਜੇ ਨਾਲ ਬਾਣੀ ਪੜ੍ਹੋਗੇ, ਨਾਮ ਜਪੋਗੇ, ਤੁਹਾਨੂੰ ਕੰਮ ਵੀ ਛੇਤੀ ਮਿਲੇਗਾ ਅਤੇ ਤੁਸੀਂ ਕੰਮ ਦੇ ਵਿੱਚ ਕਾਮਯਾਬ ਵੀ ਹੋਵੋਗੇ। ਇਸ ਲਈ ਕਹਿੰਦੇ ਹੇ ਇਨਸਾਨ, ਜਿਸ ਦੀ ਕਿਰਪਾ ਨਾਲ ਤੂੰ ਵਧੀਆ ਬਿਸਤਰਿਆਂ ਦੇ ਸੁੱਖ ਨਾਲ ਸੌਣੇ, 8 ਪਹਿਰ ਉਹਦਾ ਨਾਮ ਜਪ। ਜਿਹ ਪ੍ਰਸਾਦ ਤੁਝ ਸਭ ਕੋ ਮਾਨੈ, ਜਿਹਦੀ ਕਿਰਪਾ ਨਾਲ ਹਰ ਇੱਕ ਤੈਨੂੰ ਆਦਰ ਮਾਣ ਦਿੰਦਾ ਹੈ। ਕਈ ਲੋਕਾਂ ਦਾ ਬੜਾ ਆਦਰ ਮਾਣ ਹੁੰਦਾ, ਨਾਮ ਜਪਣ ਵਾਲੇ ਦਾ ਹੋਣਾ ਹੀ ਹੋਣਾ ਹੈ। ਪਰਮਾਤਮਾ ਕਹਿੰਦਾ ਜਿਹੜਾ ਮੇਰੀ ਵਡਿਆਈ ਕਰੇਗਾ ਮੈਂ ਉਹਦੀ ਵਡਿਆਈ ਕਰਾ ਦਾਂਗਾ। ਫਰੀਦਾ ਜੇ ਤੂੰ ਮੇਰਾ ਹੋਏ ਰਹੇ, ਸਭ ਜਗ ਤੇਰਾ ਹੋਏ। ਕਹਿੰਦੇ ਹੇ ਫਰੀਦ, ਜੇ ਤੂੰ ਮੇਰਾ ਹੋ ਕੇ ਰਹੇਗਾ ਮੈਂ ਸਾਰਾ ਸੰਸਾਰ ਤੇਰਾ ਕਰ ਦਿਆਂਗਾ। ਉਹਦਾ ਹੋਣਾ ਹੈ ਅਤੇ ਉਹਦੇ ਹੋਣ ਦਾ ਢੰਗ ਹੈ, ਉਹਦਾ ਨਾਮ ਜਪੀ ਜਾਣਾ, ਜਪੀ ਜਾਣਾ, ਜਪੀ ਜਾਣਾ। ਅਤੇ ਜਦੋਂ ਅਸੀਂ ਨਾਮ ਜਪੀ ਜਾਵਾਂਗੇ, ਸ਼ੁਭ ਕਰਮ ਕਰੀ ਜਾਵਾਂਗੇ ਤਾਂ ਅਸੀਂ ਆਪਣੇ ਜੀਵਨ ਨੂੰ ਸਵਾਰ ਲਾਂਗੇ। ਅਤੇ ਪਰਮਾਤਮਾ ਬਾਬਾ ਫਰੀਦ ਜੀ ਨੂੰ ਕਹਿੰਦੇ ਆਪ ਸਵਾਰੇ ਮੈਂ ਮਿਲੇ। ਹੈ ਫਰੀਦ, ਜੇ ਤੂੰ ਆਪਣੇ ਆਪ ਨੂੰ ਸਵਾਰ ਲੇਂਗਾ ਨਾ ਤੂੰ ਮੈਨੂੰ ਮਿਲੇਗਾ। ਮੈਂ ਮਿਲਿਆ ਸੁਖ ਹੋਏ, ਜਦ ਤੂੰ ਮੈਨੂੰ ਮਿਲੇਗਾ ਨਾ ਤੂੰ ਸੁਖੀ ਹੋ ਜਾਏਗਾ। ਜੇ ਤੂੰ ਮੇਰਾ ਹੋਏ ਰਹੇ, ਸਭ ਜਗ ਤੇਰਾ ਹੋਏ। ਹੇ ਫਰੀਦ, ਜੇ ਤੂੰ ਮੇਰਾ ਹੋ ਕੇ ਰਹੇਂਗਾ ਮੈਂ ਸਾਰਾ ਸੰਸਾਰ ਹੀ ਤੇਰਾ ਕਰਦਾ। ਇਸ ਲਈ ਭਜਨ ਬੰਦਗੀ ਵਾਲੇ ਦਾ ਲੋਕ ਸਤਿਕਾਰ ਕਰਦੇ, ਆਦਰ ਮਾਣ ਕਰਦੇ ਨੇ। ਹਾਂ, ਜਿੰਨਾ ਚਿਰ ਸਾਡੇ ਅੰਦਰ ਹਉਮੈ ਨਹੀਂ ਮਰਦੇ, ਕਈ ਵਾਰ ਮੈਂ ਦੇਖਿਆ ਭਜਨ ਬੰਦਗੀ ਵਾਲਿਆਂ ਵਿੱਚ ਵੀ ਈਰਖਾ ਹੁੰਦੀ ਹੈ। ਕਿਸੇ ਭਜਨ ਬੰਦਗੀ ਵਾਲੇ ਦਾ ਆਦਰ ਮਾਣ ਹੋਣ ਲੱਗ ਜਾਂਦਾ, ਦੂਜੇ ਭਜਨ ਬੰਦਗੀ ਵਾਲੇ ਈਰਖਾ ਕਰਨ ਲੱਗ ਜਾਂਦੇ ਨੇ। ਜਿਹੜੇ ਭਜਨ ਬੰਦਗੀ ਨਹੀਂ ਕਰਦੇ ਉਹ ਧਾਰਮਿਕ ਬੰਦਿਆਂ ਨੂੰ ਈਰਖਾ ਨਹੀਂ ਕਰਦੇ। ਹੈਰਾਨੀ ਦੀ ਗੱਲ ਹੈ ਕਿ ਧਾਰਮਿਕ ਬੰਦਾ ਆਪਣੇ ਆਪ ਨੂੰ ਵਿਖਾਉਣ ਵਾਲਾ ਦੂਜੇ ਧਾਰਮਿਕ ਬੰਦੇ ਦੇ ਅੰਦਰੋਂ ਅੰਦਰ ਈਰਖਾ ਕਰਦਾ ਹੈ। ਉਸ ਤੋਂ ਸਿੱਖਦਾ ਨਹੀਂ, ਈਰਖਾ ਕਰਦਾ ਵੀ ਇਹ ਕਿਸੇ ਤਰ੍ਹਾਂ ਡਾਊਨ ਹੋ ਜਾਏ। ਪਰ ਹੁਣ ਜਿਹੜਾ ਨਾਮ ਜਪ ਰਿਹਾ ਉਹਦਾ ਸਤਿਕਾਰ ਤਾਂ ਪਰਮਾਤਮਾ ਨੇ ਕਰਾਉਣਾ ਹੀ ਕਰਾਉਣਾ, ਈਰਖਾ ਜਿੰਨਾ ਕਰਨੀ ਤੇ ਕਰਦੇ ਰਹਿੰਦੇ ਨੇ। ਇਸ ਲਈ ਕਹਿੰਦੇ ਜਿਸ ਦੀ ਕਿਰਪਾ ਨਾਲ ਸਭ ਕੋ ਹਰ ਇੱਕ ਤੇਰਾ ਸਤਿਕਾਰ ਕਰਦਾ ਹੈ, ਮੁਖ ਤਾਕੋ ਜਸ ਰਸਨ ਬਖਾਨੇ। ਮੁਖ ਰਾਹੀਂ ਰਸਨਾ ਜੀਵ ਦੇ ਨਾਲ ਉਹਦਾ ਜਸ ਵਰਣਨ ਕਰ, ਉਹਦਾ ਨਾਮ ਜਪ, ਉਹਦੀ ਵਡਿਆਈ ਕਰ। ਬਾਣੀ ਪੜ੍ਹਨਾ, ਨਾਮ ਜਪਣਾ ਇਹ ਉਸਦੀ ਵਡਿਆਈ ਹੈ। ਸਿਮਰਨ ਸਾਰੇ ਦਾ ਸਾਰੀ ਵਡਿਆਈ ਹੈ। ਬਾਣੀ ਦੇ ਵਿੱਚ 2 ਗੱਲਾਂ ਹੁੰਦੀਆਂ, ਇਹ ਸਾਨੂੰ ਸਿੱਖਿਆ ਦਿੰਦੀ ਹੈ ਅਤੇ ਨਾਲ ਨਾਮ ਜਪਾਉਂਦੀ ਹੈ। ਇਹ ਸਿੱਖਿਆ ਦਿੰਦੀ ਹੈ ਵੀ ਸਹੀ ਜੀਵਨ ਹੋਣਾ ਚਾਹੀਦਾ। ਵੈਸੇ ਹਰ ਇੱਕ ਇਨਸਾਨ ਦਾ ਹੀ ਸਹੀ ਜੀਵਨ ਹੋਣਾ ਚਾਹੀਦਾ, ਪਰ ਜਿਹੜੇ ਭਜਨ ਬੰਦਗੀ ਕਰਦੇ ਨੇ ਉਹਨਾਂ ਦਾ ਜੀਵਨ ਤਾਂ ਜ਼ਰੂਰ ਹੀ ਸਹੀ ਹੋਣਾ ਚਾਹੀਦਾ ਹੈ। ਜੇ ਭਜਨ ਬੰਦਗੀ ਵਾਲੇ ਦਾ ਜੀਵਨ ਸਹੀ ਨਾ ਹੋਵੇ ਤਾਂ ਫਿਰ ਉਹਦਾ ਸਗੋਂ ਜ਼ਿਆਦਾ ਉਹਦੀ ਬਦਨਾਮੀ ਹੁੰਦੀ ਜੇ ਕੋਈ ਕਾਰਨ ਫੜਿਆ ਜਾਵੇ। ਇਸ ਲਈ ਬਾਣੀ ਸਾਨੂੰ ਸਹੀ ਜੀਵਨ ਸਿਖਾਉਂਦੀ ਹੈ।
ਸਹੀ ਜੀਵਨ ਹੀ ਸੁਖੀ ਜੀਵਨ ਹੁੰਦਾ ਹੈ। ਸਹੀ ਜੀਵਨ ਹੀ ਸੁਖੀ ਜੀਵਨ ਹੁੰਦਾ ਹੈ। ਬਾਣੀ ਸਾਨੂੰ ਜੀਵਨ ਜਾਚ ਸਿਖਾਉਂਦੀ। ਇਸ ਲਈ ਕਹਿੰਦੇ ਉਹਦੀ ਸਿਫਤ ਸਲਾਹ ਕਰਦੇ ਰਹਿਣਾ ਚਾਹੀਦਾ ਹੈ। ਜੇ ਪ੍ਰਸਾਦ ਤੇਰੋ ਰਹਿਤਾ ਧਰਮ, ਜਿਸ ਪਰਮਾਤਮਾ ਦੀ ਕਿਰਪਾ ਨਾਲ ਤੇਰਾ ਧਰਮ ਬਚਿਆ ਹੋਇਆ ਨਾ। ਬੜੀ ਦੁਨੀਆ ਦੂਜੇ ਨੂੰ ਧਰਮ ਤੋਂ ਗਿਰਾਉਣ ਦੀ ਕੋਸ਼ਿਸ਼ ਕਰਦੇ ਰਹਿੰਦੇ ਨੇ। ਇਹ ਵੀ ਇੱਕ ਕਿਤੇ ਪਤਤ ਹੋ ਜੇ, ਇਹ ਧਰਮ ਤੋਂ ਗਿਰ ਜਾਵੇ, ਪਰ ਤੂੰ ਆਪਣੇ ਧਰਮ 'ਤੇ ਕਾਇਮ ਹੈ ਅਤੇ ਇਹਦਾ ਮਤਲਬ ਉਹਦੀ ਕਿਰਪਾ ਹੈ। ਹੁਣ ਦੇਖੋ ਜਿੰਨੇ ਸ਼ਹੀਦ ਹੋਏ ਉਹਨਾਂ ਨੂੰ ਦੁਸ਼ਮਣਾਂ ਨੇ ਧਰਮ ਤੋਂ ਗਿਰਾਉਣ ਦੀ ਕੋਸ਼ਿਸ਼ ਕੀਤੀ, ਬੜੇ ਡਰਾਵੇ ਦਿੱਤੇ, ਬੜੇ ਤਸੀਹੇ ਦਿੱਤੇ, ਬੜੀਆਂ ਸਜ਼ਾਵਾਂ ਦਿੱਤੀਆਂ, ਪਰ ਉਹ ਡੋਲੇ ਨਹੀਂ, ਉਹ ਧਰਮ ਤੋਂ ਡੋਲੇ ਨਹੀਂ, ਉਹਨਾਂ ਦਾ ਧਰਮ ਰਹਿ ਗਿਆ। ਜਿਹੇ ਪ੍ਰਸਾਦ ਤੇਰੋ ਰਹਿਤਾ ਧਰਮ, ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ। ਉਹ ਪਰਮਾਤਮਾ ਜੋ ਪਾਰ ਬ੍ਰਹਮ ਹੈ, ਜਿਹਦਾ ਕੋਈ ਹੱਦ ਬੰਨਾ ਹੀ ਨਹੀਂ ਹੈ, ਜੋ ਬੇਅੰਤ ਹੈ, ਜੋ ਪਰੇ ਤੋਂ ਪਰੇ ਹੈ। ਹੇ ਮਨਾ ਸਦਾ ਉਹਦਾ ਨਾਮ ਜਪ ਨੂੰ ਧਿਆਉਣਾ, ਧਿਆਨ ਵਿੱਚ ਲਿਆਉਣਾ, ਯਾਦ ਰੱਖਣਾ, ਉਹਦਾ ਨਾਮ ਜਪਣਾ। ਫਿਰ ਕੀ ਹੋਏਗਾ? ਕਹਿੰਦੇ ਪ੍ਰਭ ਜੀ ਜਪਤ ਦਰਗਾਹ ਮਾਨ ਪਾਵੇਂ। ਪਰਮਾਤਮਾ ਦਾ ਨਾਮ ਜਪ ਕੇ ਤੈਨੂੰ ਪਰਮਾਤਮਾ ਦੀ ਦਰਗਾਹ ਵਿੱਚ ਆਦਰ ਮਾਣ ਪ੍ਰਾਪਤ ਹੋਵੇਗਾ। ਉੱਥੇ ਤੇਰਾ ਸਤਿਕਾਰ ਹੋਏਗਾ। ਉੱਥੇ ਕਹਿੰਦੇ ਆਓ ਜੀ, ਆਓ ਜੀ, ਬੈਠੋ ਜੀ। ਰੇ ਰੇ ਦਰਗਾਹ ਕਹਿ ਨ ਕੋ, ਆਓ ਬੈਠ ਆਦਰ ਸ਼ੁਭ ਦੇਵ। ਆਦਰ ਮਾਣ ਕਰਦੇ ਨੇ। ਜਿਵੇਂ ਇੱਥੇ ਗੁਰਦੁਆਰਾ ਸਾਹਿਬ ਕੋਈ ਧਾਰਮਿਕ ਬੰਦਾ ਆ ਜਾਏ, ਆਪਾਂ ਉਹਨੂੰ ਸਰੋਪਾ ਦਿੰਦੇ ਹਾਂ, ਆਦਰ ਮਾਣ ਕਰਦੇ ਹਾਂ। ਕੋਈ ਵੱਡਾ ਅਫਸਰ ਆ ਜਾਏ, ਉਹਨੇ ਸਮਾਜ ਲਈ ਕੁਝ ਕੀਤਾ ਹੋਵੇ, ਆਪਾਂ ਉਹਦਾ ਸਤਿਕਾਰ ਕਰਦੇ, ਸਰੋਪਾ ਦੇ ਵੀ ਇਹਨੇ ਸਮਾਜ ਲਈ ਬਹੁਤ ਕੀਤਾ। ਕੋਈ ਸਮਾਜ ਸੇਵੀ ਬੰਦਾ ਆ ਜਾਏ, ਜਿਹਨੇ ਸਮਾਜ ਦੀ ਬੜੀ ਸੇਵਾ ਕੀਤੀ ਹੈ, ਉਹਦਾ ਸਰੋਪੇ ਪਾ ਕੇ ਸਤਿਕਾਰ ਕੀਤਾ ਜਾਂਦਾ। ਸਭ ਤੋਂ ਵੱਧ ਸਤਿਕਾਰ ਹੁੰਦਾ ਨਾਮ ਜਪਣ ਵਾਲੇ ਦਾ। ਇਸ ਲਈ ਪ੍ਰਭ ਜੀ ਜਪਤ ਦਰਗਾਹ ਮਾਨ ਪਾਵੇਂ। ਕਹਿੰਦੇ ਪਰਮਾਤਮਾ ਦਾ ਨਾਮ ਜਪ ਕੇ ਤੈਨੂੰ ਪਰਮਾਤਮਾ ਦੀ ਦਰਗਾਹ 'ਚ ਆਦਰ ਮਾਣ ਸਤਿਕਾਰ ਮਿਲੇਗਾ। ਫਿਰ ਕੀ ਹੋਗਾ? ਨਾਨਕ ਪਤ ਸੇਤੀ ਘਰ ਜਾਵੇਂ। ਪਤ ਹੁੰਦੀ ਇੱਜ਼ਤ, ਸੇਤੀ ਨਾਲ ਘਰ ਜਾਏਗਾ। ਆ ਜਿਹੜਾ ਆ ਸਾਡਾ ਘਰ ਹੈ, ਇਹਨੂੰ ਘਰ ਨਹੀਂ ਗੁਰਬਾਣੀ 'ਚ ਗਿਣਿਆ ਗਿਆ, ਇਹ ਤਾਂ ਮੁਸਾਫਰਖਾਨਾ। ਘਰ ਹੈ ਸਾਡਾ ਸੱਚਖੰਡ, ਜਿੱਥੇ ਪਰਮਾਤਮਾ ਰਹਿੰਦਾ ਹੈ, ਉਹ ਸਾਡਾ ਅਸਲ ਘਰ ਹੈ। ਸਾਡੇ ਆਪਣੇ ਕਰਮਾਂ ਕਾਰਨ ਹੀ ਅਸੀਂ ਉਹਦਾ ਘਰ ਛੱਡ ਦਿੱਤਾ। ਉਹਨੇ ਤਾਂ ਸਾਨੂੰ ਨਹੀਂ ਸੀ ਕੱਢਿਆ, ਅਸੀਂ ਕਰਮ ਹੀ ਐਸੇ ਕੀਤੇ ਕਿ ਪਤਾ ਨਹੀਂ ਕਿੰਨੇ ਜਨਮਾਂ ਤੋਂ ਅਸੀਂ ਆਪਣੇ ਘਰ ਤੋਂ ਬਾਹਰ ਰਹਿ ਰਹੇ ਹਾਂ। ਫਿਰ ਨਾਮ ਜਪੀ ਜਾਵਾਂਗੇ, ਜਪੀ ਜਾਵਾਂਗੇ, ਜਪੀ ਜਾਵਾਂਗੇ, ਫਿਰ ਇੱਜ਼ਤ ਸਹਿਤ ਆਪਣੇ ਅਸਲੀ ਘਰ ਸੱਚਖੰਡ ਦੇ ਵਿੱਚ ਪ੍ਰਵੇਸ਼ ਕਰ ਜਾਵਾਂਗੇ। ਸਾਡਾ ਅਸਲੀ ਘਰ, ਕਿਉਂਕਿ ਆਪਾਂ ਨੂੰ ਗੁਰਬਾਣੀ ਸਾਰਿਆਂ ਨੂੰ ਔਰਤਾਂ ਕਿਹਾ ਗਿਆ। ਆਪਾਂ ਸਾਰੇ ਇਸਤਰੀ ਹਾਂ, ਦੇਖਣ ਨੂੰ ਭਾਵੇਂ ਬੰਦੇ ਬੈਠੇ ਹਨ। ਪੁਰਖ ਇੱਕੋ ਪਰਮਾਤਮਾ ਹੀ ਹੈ। ਪੁਰਖ ਸਿਰਫ ਅਤੇ ਸਿਰਫ ਇੱਕ ਪਰਮਾਤਮਾ ਹੈ, ਬਾਕੀ ਸਾਰੀਆਂ ਇਸਤਰੀਆਂ ਹਨ। ਅਤੇ ਪਰਮਾਤਮਾ ਸਾਡਾ ਪਤੀ ਹੈ। ਅਤੇ ਔਰਤ ਦਾ ਅਸਲੀ ਘਰ ਤੇ ਉਹਦੇ ਪਤੀ ਦਾ ਘਰ ਹੁੰਦਾ ਨਾ। ਪੇਕਿਆਂ ਦਾ ਘਰ ਅਸਲੀ ਘਰ ਨਹੀਂ ਹੁੰਦਾ। ਪੇਕਿਆਂ ਦਾ ਘਰ ਤੇ ਸਰ ਪਰ ਛੱਡਣਾ ਪੈਂਦਾ ਹੈ। ਮਾਂ ਪਿਓ ਵੀ ਜਿਉਂ ਲੜਕੀ ਜਵਾਨ ਹੁੰਦੀ ਨੇ ਕਹਿੰਦੇ ਭਾਈ ਇਹ ਤੇਰਾ ਅਸਲੀ ਘਰ ਨਹੀਂ ਹੈ,
ਅਸਲੀ ਘਰ ਤੇਰਾ ਹੋਏਗਾ ਜੋ ਤੇਰਾ ਵਿਆਹ ਹੋ ਜਾਏਗਾ, ਜਿੱਥੇ ਤੇਰਾ ਪਤੀ ਰਹਿੰਦਾ, ਅਸਲ 'ਚ ਉਹ ਘਰ ਹੈ ਤੇਰਾ। ਅਤੇ ਸਾਡਾ ਪਤੀ ਪਰਮਾਤਮਾ ਰਹਿੰਦਾ ਸੱਚਖੰਡ 'ਚ, ਇਸ ਲਈ ਸਾਡਾ ਘਰ ਤੇ ਅਸਲ 'ਚ ਉਹ ਹੈ। ਜਿਹੇ ਪ੍ਰਸਾਦ ਆਰੋਗ ਕੰਚਨ ਦੇਹੀ, ਆਰੋਗ ਰੋਗ ਤੋਂ ਰਹਿਤ, ਤੰਦਰੁਸਤ, ਜਿਸ ਦੀ ਕਿਰਪਾ ਨਾਲ ਕੰਚਨ ਹੁੰਦਾ ਸੋਨਾ। ਜਿੰਨੀਆਂ ਵੀ ਧਾਤਾਂ ਧਰਤੀ ਵਿੱਚੋਂ ਨਿਕਲਦੀਆਂ, ਸੋਨਾ, ਚਾਂਦੀ, ਤਾਂਬਾ, ਕੋਇਲਾ, ਲੋਹਾ, ਪੈਟਰੋਲੀਅਮ, ਸਭ ਕੁਝ ਜੋ ਨਿਕਲਦਾ ਹੈ, ਇਹ ਬਾਹਰ ਲਿਆ ਕੇ ਇਹਨੂੰ ਕਾਰਖਾਨਿਆਂ 'ਚ ਸਾਫ਼ ਕਰਨਾ ਪੈਂਦਾ ਹੈ। ਇਹ ਸ਼ੁੱਧ ਨਹੀਂ ਹੁੰਦਾ। ਕੋਈ ਧਾਤ ਜਿਹੜੀ ਧਰਤੀ 'ਚੋਂ ਨਿਕਲਦੀ ਹੈ ਸ਼ੁੱਧ ਰੂਪ 'ਚ ਨਹੀਂ ਨਿਕਲਦੀ। ਸਿਰਫ ਇੱਕ ਸੋਨਾ ਹੈ ਜਿਹੜਾ ਸ਼ੁੱਧ ਰੂਪ 'ਚ ਨਿਕਲਦਾ ਹੈ। ਜਿੱਥੇ ਸੋਨੇ ਦੀ ਖਾਣ ਹੈ, ਬੜੀਆਂ ਲੰਮੀਆਂ ਲੰਮੀਆਂ ਤਾਰਾਂ ਦੇ ਰੂਪ ਵਿੱਚ ਸੋਨਾ ਹੁੰਦਾ, ਡਲੀ ਨਹੀਂ ਹੁੰਦੀ ਖਾਣ ਦੇ ਵਿੱਚ। ਜਿਹੜੀ ਖਾਣ ਹੈ ਸੋਨੇ ਦੀ, ਉੱਥੇ ਸੋਨੇ ਦੀਆਂ ਡਲੀਆਂ, ਸੋਨੇ ਦੀਆਂ ਇੱਟਾਂ ਨਹੀਂ ਨਿਕਲਦੀਆਂ। ਉੱਥੇ ਲੰਮੀ ਕਿਲੋਮੀਟਰ, 2-2 ਕਿਲੋਮੀਟਰ ਲੰਮੀ ਸੋਨੇ ਦੀ ਤਾਰ ਨਿਕਲਦੀ ਹੈ। ਸੋਨਾ ਸ਼ੁੱਧ ਹੁੰਦਾ ਹੈ, ਉਹਨੂੰ ਬਾਹਰ ਲਿਆ ਕੇ ਸ਼ੁੱਧ ਕਰਨ ਦੀ ਲੋੜ ਨਹੀਂ। ਸੋਨੇ ਨੂੰ ਕਦੇ ਜੰਗਾਲ ਨਹੀਂ ਲੱਗਦਾ। ਆਹ ਲੋਹਾ ਤਾਂ ਤੁਸੀਂ ਬਾਹਰ ਰੱਖ ਦਿਓ, 5-7 ਦਿਨਾਂ ਬਾਅਦ ਹੀ ਜੰਗਾਲ ਲੱਗ ਜਾਂਦਾ। ਸੋਨੇ ਨੂੰ ਜੰਗਾਲ ਨਹੀਂ ਲੱਗਦਾ। ਇਸ ਲਈ ਸੋਨੇ ਦੀ ਮਹਾਨਤਾ ਹੈ ਸੰਸਾਰ 'ਚ। ਸੋਨਾ ਸ਼ੁੱਧ ਅਤੇ ਪਵਿੱਤਰ ਹੈ, ਸੋਨਾ ਸੁੰਦਰ ਹੁੰਦਾ ਹੈ। ਜਿਹੇ ਪ੍ਰਸਾਦ ਅਰੋਗ ਕੰਚਨ ਦੇਹੀ, ਦੇਹੀ ਮੈਨੇ ਸਰੀਰ, ਜਿਹਦੀ ਕਿਰਪਾ ਨਾਲ ਤੈਨੂੰ ਤੰਦਰੁਸਤ ਅਤੇ ਸੋਨੇ ਵਾਂਗੂ ਸ਼ੁੱਧ, ਪਵਿੱਤਰ, ਸੁੰਦਰ ਸਰੀਰ ਮਿਲਿਆ ਹੋਇਆ ਹੈ। ਜੇ ਹੱਥਾਂ 'ਤੇ ਸੋਨਾ ਪਾ ਲਈਏ, ਹੱਥ ਸੋਹਣੇ ਲੱਗਣ ਲੱਗ ਜਾਂਦੇ। ਗਲ 'ਚ ਸੋਨਾ ਪਾ ਲਓ, ਗਲ ਸੋਹਣਾ ਲੱਗਣ ਲੱਗਦਾ ਹੈ। ਕੰਨਾਂ 'ਚ ਪਾ ਲਓ, ਉਹ ਸੋਹਣੇ ਲੱਗਦੇ ਨੇ। ਨੱਕ 'ਚ ਕੋਕਾ ਪਾ ਲਓ, ਨੱਕ ਸੋਹਣਾ ਲੱਗਣ ਲੱਗ ਜਾਂਦਾ ਹੈ। ਸੋਨਾ ਸੁੰਦਰ ਹੁੰਦਾ, ਇਸ ਲਈ ਜਿਹੜਾ ਪਾਉਂਦਾ ਉਹ ਵੀ ਸੁੰਦਰ ਲੱਗਣਾ ਹੁੰਦਾ। ਸੋ ਜਿਹਦੀ ਕਿਰਪਾ ਨਾਲ ਤੈਨੂੰ ਤੰਦਰੁਸਤ ਅਤੇ ਸੋਹਣਾ ਸਰੀਰ ਮਿਲਿਆ ਨਾ, ਲਿਵ ਲਾਵੋ ਤਿਸ ਰਾਮ ਸਨੇਹੀ। ਪਰਮਾਤਮਾ ਸਾਡਾ ਸਨੇਹੀ ਹੈ। ਸਨੇਹ ਹੁੰਦਾ ਪਿਆਰ, ਸਨੇਹੀ ਮੈਨੇ ਪਿਆਰ ਕਰਨ ਵਾਲਾ। ਪਰਮਾਤਮਾ ਸਾਨੂੰ ਪਿਆਰ ਕਰਨ ਵਾਲਾ ਹੈ, ਉਹ ਸਾਨੂੰ ਪਿਆਰ ਕਰਦਾ ਹੈ। ਇਸ ਲਈ ਕਹਿੰਦੇ ਉਹਦੇ ਨਾਲ ਲਿਵ ਲਾਓ। ਲਿਵ ਦਾ ਕੀ ਭਾਵ ਹੈ? ਵੀ ਮੂੰਹ ਨਾਲ ਕਰਨਾ ਵਾਹਿਗੁਰੂ ਵਾਹਿਗੁਰੂ, ਅਤੇ ਕੰਨਾਂ ਨਾਲ ਉਸ ਨੂੰ ਸੁਣਨਾ। ਭਾਵ ਧਿਆਨ। ਬੇਧਿਆਨੇ ਹੋ ਕੇ ਨਾ ਬਾਣੀ ਪੜ੍ਹਨੀ ਹੈ ਅਤੇ ਨਾ ਨਾਮ ਜਪਣਾ। ਅੱਜ ਤੁਸੀਂ ਦੇਖਿਓ, ਕਰੋਨੇ ਨਾਲ ਓਨੇ ਲੋਕ ਨਹੀਂ ਮਰਨੇ ਹਿੰਦੁਸਤਾਨ ਜਿੰਨਾ ਰੌਲਾ ਪਾ ਰੱਖਿਆ। ਐਕਸੀਡੈਂਟਾਂ ਨਾਲ ਪਤਾ ਹਜ਼ਾਰਾਂ ਹੀ ਮਰ ਜਾਣੇ ਇੱਕ ਮਹੀਨੇ 'ਚ ਹਿੰਦੁਸਤਾਨ। ਆ 300 ਦੇ ਪੰਜਾਬ 'ਚ ਹੀ ਮਰ ਜਾਣੇ ਇੱਕ ਮਹੀਨੇ 'ਚ। ਅਤੇ ਹਿੰਦੁਸਤਾਨ ਦੇ ਕਿੰਨੇ ਪੰਜਾਬ ਨੇ, ਹਜ਼ਾਰਾਂ ਬੰਦੇ ਰੋਜ਼ ਐਕਸੀਡੈਂਟ ਨਾਲ ਮਰ ਜਾ ਕਰਨ। ਉਹਨਾਂ ਦਾ ਕੋਈ ਨਾਂ ਹੀ ਨਹੀਂ, ਉਹਨਾਂ ਲਈ ਕਿਸੇ ਦਾ ਕੋਈ ਅਫਸੋਸ ਨਹੀਂ, ਕੋਈ ਅਖਬਾਰਾਂ 'ਚ ਰੌਲਾ ਗੋਲਾ ਕੋਈ ਨਹੀਂ। ਇਹਨੂੰ ਇੱਕ ਹਊਆ ਜਿਹਾ ਬਣਾ ਰੱਖਿਆ, ਦੇ ਰੌਲਾ ਹੀ ਰੌਲਾ, ਰੌਲਾ ਹੀ ਰੌਲਾ। ਉਹ ਵਿਚਾਰੇ ਕਿੰਨੇ ਨੂੰ ਤਾਂ ਡਿਪਰੈਸ਼ਨ ਸ਼ੁਰੂ ਹੋ ਗਿਆ, ਕਿੰਨਿਆਂ ਨੂੰ ਤਾਂ ਇਸ ਬਿਮਾਰੀ ਡਿਪਰੈਸ਼ਨ ਬਿਮਾਰੀ ਨੇ ਨਹੀਂ ਕੀਤਾ, ਜੋ ਡਰ ਪੈਦਾ ਕਰ ਦਿੱਤਾ ਕਿ ਬਿਮਾਰੀ ਦਾ ਨਾਂ ਲੈ ਲੈ ਕੇ, ਉਸ ਡਰ ਕਾਰਨ ਜਿਹੜੇ ਲੋਕ ਨੇ ਉਹ ਜਿਹੜੇ ਅਪਸੈਟ ਹੋ ਗਏ। ਕਹਿੰਦੇ ਜਿਸ ਪਰਮਾਤਮਾ ਨੇ ਤੁਹਾਨੂੰ ਤੰਦਰੁਸਤ ਦੇਹੀ ਦਿੱਤੀ ਹੈ, ਸੋਨੇ ਵਰਗੀ ਦਿੱਤੀ ਹੈ, ਉਹ ਪਰਮਾਤਮਾ ਸਾਡਾ ਸਨੇਹੀ ਹੈ, ਸਾਡਾ ਮਿੱਤਰ ਹੈ, ਸਾਡਾ ਪਿਆਰਾ ਹੈ। ਉਹਦੇ ਨਾਲ ਲਿਵ ਲਾਓ, ਭਾਵ ਉਹਦਾ ਨਾਮ ਧਿਆਨ ਨਾਲ ਜਪੋ, ਬੇਧਿਆਨੇ ਹੋ ਕੇ ਨਹੀਂ। ਆ ਬੇਧਿਆਨੇ ਹੋ ਕੇ ਦੋ ਲੋਕ ਚਲਾ ਰਹੇ ਨੇ ਕਾਰਾਂ, ਸਕੂਟਰ, ਮੋਟਰਸਾਈਕਲ। ਸਵੇਰੇ ਅਖਬਾਰ 'ਚ ਇੰਨੇ ਮਰ ਗਏ, ਇੰਨੇ ਮਰ ਗਏ। ਕਿਸੇ ਨੂੰ ਨਾ ਹਮਦਰਦੀ ਵੀ ਕੋਈ ਨਹੀਂ ਪ੍ਰਗਟਣੀ ਪਰਿਵਾਰ ਦੇ ਜੀਆਂ ਤੋਂ ਬਿਨਾਂ। ਆ ਕਰੋਨੇ ਨਾਲ ਕਿਸੇ ਨੂੰ ਹੋ ਜਾਏ, ਕਿੰਨਾ ਹੱਲਾ ਗੁੱਲਾ ਮਚ ਜਾਂਦਾ ਹੈ। ਇਸ ਕਰਕੇ ਕਹਿੰਦੇ
ਤੂੰ ਪਰਮਾਤਮਾ ਜਿਹੜਾ ਸਾਡਾ ਪਿਆਰਾ ਨੇ, ਕਹਿੰਦੇ ਉਹਦੇ ਨਾਲ ਲੇਵ ਲਾ, ਪਰ ਬੜੇ ਧਿਆਨ ਨਾਲ ਉਹਦਾ ਨਾਮ ਜਪ। ਵੈਸੇ ਹਰ ਇੱਕ ਕੰਮ ਧਿਆਨ ਨਾਲ ਕਰਨਾ ਚਾਹੀਦਾ। ਬੋਲੋ ਧਿਆਨ ਨਾਲ ਬੋਲੋ, ਪੜ੍ਹੋ ਧਿਆਨ ਨਾਲ ਪੜ੍ਹੋ, ਸੁਣੋ ਧਿਆਨ ਨਾਲ ਸੁਣੋ, ਲਿਖੋ ਧਿਆਨ ਨਾਲ ਲਿਖੋ, ਤੁਰੋ ਧਿਆਨ ਨਾਲ ਤੁਰੋ, ਗੱਡੀ ਚਲਾਓ ਧਿਆਨ ਨਾਲ ਚਲਾਓ, ਸਿਮਰਨ ਕਰੋ ਧਿਆਨ ਨਾਲ ਕਰੋ, ਬਾਣੀ ਪੜ੍ਹੋ ਧਿਆਨ ਨਾਲ ਪੜ੍ਹੋ। ਮਹਾਨਤਾ ਹੀ ਸਾਰੀ ਧਿਆਨ ਦੀ ਹੈ, ਸਾਰੀ ਮਹਾਨਤਾ ਹੀ ਧਿਆਨ ਦੀ ਹੈ। ਇੱਕ ਕਹਾਣੀ ਆਉਂਦੀ ਹੈ, ਪੁਰਾਣੇ ਜ਼ਮਾਨੇ 'ਚ ਪਿੰਡਾਂ 'ਚ ਸਕੂਲ ਜਿਹੜੇ ਫਰਸ਼ ਹੁੰਦੇ ਕੱਚੇ ਹੁੰਦੇ ਸਨ, ਗਰੀਬੀ ਦਾ ਬੱਚੇ ਰਲ ਰੁਲ ਕੇ ਉਹਨੂੰ ਪੋਚ ਲਿਆ ਕਰਦੇ ਸਨ, ਪੋਚਾ ਫੇਰ ਲਿਆ ਕਰਦੇ ਫਰਸ਼ 'ਤੇ, ਚੂਹੇ ਖੁੱਡਾ ਕਰ ਲੈਂਦੇ ਸੀ। ਉੱਥੇ ਕਮਰੇ 'ਚ ਖੁੱਡ ਸੀ, ਛੋਟੀ ਕਲਾਸ ਸੀ, ਟੀਚਰ ਹਿਸਾਬ ਦਾ ਸਵਾਲ ਪੜ੍ਹਾ ਰਿਹਾ। ਤਕਸੀਮ ਜਿਹਨੂੰ ਕਹਿੰਦੇ, ਡਿਵੀਜ਼ਨ ਕਹਿੰਦੇ ਨੇ, ਉਰਦੂ ਜਿਹਨੂੰ ਤਕਸੀਮ ਕਿਹਾ ਕਰਦੇ। ਇੱਕ ਹੁੰਦਾ ਜਮ੍ਹਾਂ ਦਾ, ਇੱਕ ਘਟਾ, ਇੱਕ ਗੁਣਾ, ਇੱਕ ਤਕਸੀਮ। ਉਹਨਾਂ 7 ਲਿਖਿਆ ਟੀਚਰ ਨੇ, ਅਤੇ 2 'ਤੇ ਤਕਸੀਮ ਕਰ ਰਿਹਾ ਸੀ। ਇੱਕ ਰਾਮੂ ਨਾਮ ਦਾ ਮੁੰਡਾ ਮਗਰ ਬੈਠਾ, ਉਹ ਖੁੱਡ ਵੱਲ ਵੇਖੀਏ, ਚੂਹਾ ਕਦੇ ਅੰਦਰ ਜਾਂਦਾ ਕਦੇ ਬਾਹਰ ਆਉਂਦਾ, ਉਹ ਚੂਹੇ ਵੱਲ ਹੀ ਵੇਖੀ ਜਾ ਰਿਹਾ। ਅਤੇ ਟੀਚਰ ਨੇ ਕਿਹਾ ਵੀ ਜੇ 7 ਨੂੰ 2 'ਤੇ ਤਕਸੀਮ ਕਰੀਏ ਗਿਆ 3 'ਤੇ, ਪਰ ਰਾਮੂ ਬਾਕੀ ਕਿਹੜੇ ਰਹਿ ਗਏ? ਉਸ ਵੇਲੇ ਚੂਹੇ ਦੀ ਪੂਛ ਬਾਹਰ ਸੀ, ਚੂਹਾ ਖੁੱਡ ਦੇ ਵਿੱਚ ਸੀ। ਕਹਿੰਦੇ ਖੜਾ, ਕਹਿੰਦੇ ਜੀ ਪੂਛ ਰਹਿ ਗਈ, ਬਾਕੀ ਕਿਹੜੇ ਨੇ? ਕਹਿੰਦੇ ਪੂਛ। ਧਿਆਨ ਹਿਸਾਬ ਵੱਲ ਨਹੀਂ, ਧਿਆਨ ਸਵਾਲ ਵੱਲ ਨਹੀਂ, ਧਿਆਨ ਤੇ ਚੂਹੇ ਵੱਲ ਹੈ, ਅਤੇ ਸਮਝ ਕੀ ਸੁਹਾਵਣੀ ਹੈ। ਫਿਰ ਕਹਿੰਦੇ ਸਾਡਾ ਬੱਚਾ ਕਮਜ਼ੋਰ ਹੈ। ਬੱਚੇ ਇਸੇ ਲਈ ਕਮਜ਼ੋਰ ਹੁੰਦੇ, ਬੇਧਿਆਨੇ ਹੁੰਦੇ। ਸੋ ਜੇ ਜ਼ਿੰਦਗੀ ਬੰਦਾ ਧਿਆਨ ਨੂੰ ਅਪਣਾ ਲਏ, ਬੜਾ ਸੁਖੀ ਹੋ ਸਕਦਾ ਹੈ। ਇਹ ਬੇਧਿਆਨੇ ਹੋਣ ਕਰਕੇ ਹੀ ਅੱਜ ਇੰਨੇ ਦੁੱਖ ਮੁਸੀਬਤਾਂ, ਐਕਸੀਡੈਂਟ, ਲੱਤਾਂ ਬਾਹਾਂ ਟੁੱਟ ਜਾਂਦੀਆਂ, ਮਰ ਜਾਂਦੇ ਲੋਕ। ਨਾ ਸੱਟ ਕਈ ਵਾਰੀ ਸਿਰ 'ਚ ਵੱਜਦੀ ਹੈ, ਕੋਮਾ 'ਚ ਚਲਾ ਜਾਂਦਾ, ਡਾਕਟਰ ਲੱਖਾਂ ਰੁਪਈਏ ਲੈ ਲੈਂਦੇ, ਸੁਰਤ ਆਉਂਦੀ ਕੋਈ ਨਹੀਂ ਹੈ। ਇਸ ਲਈ ਧਿਆਨ ਨਾਲ ਲਿਵ ਲਾਉਣੀ ਹੈ, ਲਿਵ ਹੁੰਦਾ ਹੀ ਧਿਆਨ ਹੈ। ਜਿਹ ਪ੍ਰਸਾਦ ਤੇਰਾ ਓਲਾ ਰਹਿਤ, ਜਿਹਦੀ ਕਿਰਪਾ ਨਾਲ ਤੇਰੀ ਇੱਜ਼ਤ ਬਚੀ ਹੋਈ ਹੈ, ਤੇਰਾ ਪਰਦਾ ਢਕਿਆ ਹੋਇਆ ਹੈ ਤਾਂ ਨੁਕਸ ਅੰਦਰ, ਪਰ ਲੋਕਾਂ ਨੂੰ ਪਤਾ ਨਹੀਂ ਲੱਗ ਰਿਹਾ। ਕਿਉਂਕਿ ਪਰਮਾਤਮਾ ਕਈ ਵਾਰੀ ਨਾ ਭਜਨ ਬੰਦਗੀ ਕਰਨ ਵਾਲੇ ਦੇ ਪਰਦੇ ਢੱਕੀ ਰੱਖਦਾ ਹੈ, ਕਾਫੀ ਦੇਰ ਢੱਕੀ ਰੱਖਦਾ ਹੋ। ਬਈ ਜੇ ਮੇਰਾ ਇਹ ਭਜਨ ਬੰਦਗੀ ਕਰਦਾ, ਜੇ ਲੋਕਾਂ ਨੂੰ ਇਹਦਾ ਪਤਾ ਲੱਗ ਗਿਆ ਵੀ ਮਾੜੇ ਕੰਮ ਕਰਦਾ, ਬਦਨਾਮੀ ਹੋਵੇਗੀ, ਕਾਫੀ ਦੇਰ ਪਰਦਾ ਢੱਕੀ ਰੱਖਦਾ। ਪਰ ਜੇ ਬੰਦਾ ਨਹੀਂ ਨਾ ਸੁਧਰਦਾ, ਅਤੇ ਪਰਮਾਤਮਾ ਪਰਦਾ ਚੱਕ ਦਿੰਦਾ, ਅਤੇ ਉਹ ਲੱਖਾਂ ਲੋਕਾਂ ਨੂੰ ਪਤਾ ਲੱਗਦਾ, ਅੱਛਾ ਇਹ ਇਹੋ ਜਿਹਾ ਸੀ। ਅਤੇ ਜਦੋਂ ਪਰਦਾ ਚੱਕ ਦਿੰਦੇ ਨਾ, ਅਤੇ ਫਿਰ ਸਿੱਧੀ ਹੋਈ ਜੇਲ੍ਹ ਹੁੰਦੀ ਹੈ। ਇਸ ਲਈ ਜਿਹਦੀ ਕਿਰਪਾ ਨਾਲ ਤੇਰਾ ਓਲਾ ਰਹਿ ਰਿਹਾ ਹੈ, ਤੇਰੇ ਪਰਦੇ ਢਕੇ ਹੋਏ ਹਨ। ਮਨ ਸੁਖ ਪਾਵੇਂ ਹਰ ਹਰ ਜਸ ਕਹਿਤ, ਹੈ ਮਨੋ ਉਸ ਪਰਮਾਤਮਾ ਦਾ ਜਸ ਕਰ ਕਰਕੇ ਨਾ ਤੈਨੂੰ ਸੁੱਖ ਮਿਲੇਗਾ। ਤੂੰ ਵਾਹਿਗੁਰੂ 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 ਕਰਿਆ ਕਰ। ਆਓ ਆਪਾਂ ਵੀ ਕਰੀਏ। ਸਤਿਨਾਮ ਵਾਹਿਗੁਰੂ, 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 ਸਤਿਨਾਮ ਵਾਹਿਗੁਰੂ। ਅੱਗੇ ਕਹਿੰਦੇ ਜਿਹੇ ਪ੍ਰਸਾਦ ਤੇਰੇ ਸਗਲ ਛਿਦਰ ਢਾਕੇ, ਛਿਦਰ ਹੁੰਦੀ ਮੋਰੀ, ਭਾਵ ਐਬ, ਜਿਹੜੇ ਸਾਡੇ ਅੰਦਰ ਨੁਕਸ ਨੇ ਉਹਨੂੰ ਐਬ ਕਹਿੰਦੇ ਉਰਦੂ 'ਚ, ਹਿੰਦੀ ਕਹਿੰਦੇ ਛਿਦਰ।
ਜਿਹਦੀ ਕਿਰਪਾ ਨਾਲ ਤੇਰੇ ਸਾਰੇ ਐਬ ਢਕੇ ਰਹਿੰਦੇ ਨੇ। ਪਰਮਾਤਮਾ ਤਾਂ ਜਾਣਦੇ ਹੀ ਹੈ ਨਾ। ਅਸੀਂ ਲੋਕਾਂ ਤੋਂ ਤਾਂ ਬਹੁਤ ਕੁਛ ਛੁਪਾ ਸਕਦੇ ਹਾਂ, ਪਰ ਰੱਬ ਤੋਂ, ਪਰਮਾਤਮਾ ਤੋਂ ਕੁਛ ਨਹੀਂ ਛੁਪਾ ਸਕਦੇ। ਨਾ ਗੁਰੂ ਤੋਂ ਕੁਝ ਛੁਪਾ ਸਕਦੇ ਹਾਂ, ਕਿਉਂਕਿ ਗੁਰੂ ਮਹਾਰਾਜ ਦੀ ਵੀ ਦਿਵ ਦ੍ਰਿਸ਼ਟੀ ਖੁੱਲ੍ਹੀ ਹੁੰਦੀ ਹੈ। ਜਿਵੇਂ ਇੱਕ ਵਾਰੀ ਸੰਤ ਸੀਤਲ ਸਿੰਘ ਜੀ ਮਹਾਰਾਜ ਕੋਲ ਬੈਠਾ ਇੱਕ ਬੰਦਾ ਆਇਆ, ਕਹਿੰਦੇ ਬਾਬਾ ਜੀ ਮੇਰਾ 10,000 ਰੁਪਇਆ ਕਿਸੇ ਨੇ ਚੱਕ ਲਿਆ। ਮਹਾਂਪੁਰਖਾਂ ਨੇ ਕੁਝ ਸਮੇਂ ਲਈ ਅੱਖਾਂ ਬੰਦ ਕੀਤੀਆਂ। ਕਹਿੰਦੇ ਜਿਹੜਾ ਹੁਣੇ ਹੀ ਤੇਰੇ ਕੋਲ ਬੰਦਾ ਆਇਆ ਸੀ ਨਾ 2 ਘੰਟੇ ਪਹਿਲਾਂ, ਉਹ ਤੇਰੇ 10,000 ਰੁਪਏ ਚੱਕ ਲੈ ਗਏ। ਕਹੀ ਉਹ ਤਾਂ ਮੇਰਾ ਦੋਸਤ ਸੀ। ਹਾਂ, ਕਦੇ ਉਹੀ ਲੈ ਗਿਆ। ਕਹਿੰਦੇ ਉਹ ਜਿਹੜਾ ਉਹਦਾ ਟੇਬਲ ਹੈ ਨਾ, ਉਹਦੇ ਦਰਾਜ ਦੇ ਵਿੱਚ 9,500 ਰੁਪਇਆ। ਦੇਖ ਰਹੇ, 500 ਨੇ ਵਰਤ ਲਿਆ, 9,500 ਰੁਪਇਆ। ਕਹੇ ਜੀ ਮੈਂ ਹੁਣ ਕਿਵੇਂ ਕਰਾਂ? ਕਹਿੰਦੇ ਇਸ ਤਰ੍ਹਾਂ ਕਰ, ਉਹਨੂੰ ਇਹ ਨਾ ਕਹੀ ਤੂੰ ਮੇਰੇ ਪੈਸੇ ਚੱਕ ਲਿਆ, ਤੂੰ ਐਂ ਕਹੀਂ ਵੀ ਮੈਨੂੰ ਨਾ ਭਰਾਵਾ 10,000 ਰੁਪਏ ਦੀ ਬਹੁਤ ਜ਼ਿਆਦਾ ਲੋੜ ਪਈ ਤੁਰੰਤ, ਅਤੇ ਕਿਤੋਂ ਲਿਆ ਕੇ ਦੇ, ਉਹ ਤੈਨੂੰ 9,500 ਦੇ ਦੂਗਾ। ਬਸ ਤੂੰ ਨਾ ਉਹਨੇ ਮੁੜ ਕੇ ਤੇਰੇ ਤੋਂ ਮੰਗਣੇ ਅਤੇ ਨਾ ਤੂੰ ਵਾਪਸ ਕਰੀ, ਕਿਉਂਕਿ ਤੇਰੇ ਹੀ ਨੇ। ਉਹ ਚਲੇ ਗਏ ਉਹਦੇ ਕੋਲ। ਕਹਿੰਦਾ ਦੇਖ ਭਰਾਵਾ 10,000 ਤਾਂ ਮੇਰੇ ਕੋਲ ਹੈ ਨਹੀਂ, 9,500 ਹੈਗਾ। ਉਹ ਕਹਿੰਦਾ ਕੋਈ ਨਹੀਂ 9,500 ਹੀ ਦੇ ਦੇ, 500 ਮੈਂ ਕਿਸੇ ਹੋਰ ਤੋਂ ਮੰਗ ਲਾਂਗਾ। ਉਹ ਜਿਵੇਂ ਮਹਾਂਪੁਰਖ ਨੇ ਕਿਹਾ ਸੀ ਉਹ ਦਰਾਜ 'ਚ ਪਏ ਨੇ, ਉਹਨੇ ਦਰਾਜ ਖੋਲ੍ਹਿਆ, 9,500 ਉਹਨੂੰ ਦੇ ਦਿੱਤਾ। ਦਿਵ ਦ੍ਰਿਸ਼ਟੀ ਖੁੱਲ੍ਹੀ ਸੀ। ਜਦੋਂ ਦਿਵ ਦ੍ਰਿਸ਼ਟੀ ਖੁੱਲ੍ਹੀ ਵੀ ਉਸ ਤੋਂ ਆਪਾਂ ਕੀ ਛੁਪਾ ਸਕਦੇ ਹਾਂ? ਮੰਨ ਲਓ ਸਾਡੇ 'ਚੋਂ ਕਿਸੇ ਦੀ ਦਿਵ ਦ੍ਰਿਸ਼ਟੀ ਖੁੱਲ੍ਹ ਜਾਂਦੀ ਹੈ, ਅਤੇ ਤੁਹਾਡਾ ਬੱਚਾ ਜਿਹੜਾ ਅਮਰੀਕਾ 'ਚ, ਤੁਸੀਂ ਇੱਥੇ ਬੈਠੇ ਉਸ ਨੂੰ ਵੇਖ ਸਕਦੇ ਹੋ ਕਿ ਇਸ ਵੇਲੇ ਅਮਰੀਕਾ ਦੇ ਵਿੱਚ ਉਹ ਕੀ ਕਰ ਰਿਹਾ ਹੈ। ਉਹਨੂੰ ਹਾਲ ਚਾਲ ਪੁੱਛਣ ਦੀ ਲੋੜ ਨਹੀਂ, ਤੁਸੀਂ ਉਸ ਨੂੰ ਵੈਸੇ ਹੀ ਵੇਖ ਸਕਦੇ ਹੋ, ਕਿਉਂਕਿ ਅੰਦਰਲੀਆਂ ਅੱਖਾਂ ਖੁੱਲ੍ਹ ਗਈਆਂ। ਅੰਦਰਲੀਆਂ ਅੱਖਾਂ ਲਈ ਕੰਧ, ਪਹਾੜ ਕੋਈ ਰੁਕਾਵਟ ਨਹੀਂ ਹੁੰਦੇ। ਆਪਾਂ ਇਸ ਕਮਰੇ 'ਚ ਬੈਠੇ ਹਾਂ, ਆ ਕੰਧ ਦੇ ਪਰਲੇ ਪਾਸੇ ਕੀ ਹੋ ਰਿਹਾ ਹੈ ਆਪਾਂ ਨੂੰ ਇਸ ਵੇਲੇ ਨਹੀਂ ਪਤਾ, ਪਰ ਜੇ ਦਿਵ ਦ੍ਰਿਸ਼ਟੀ ਖੁੱਲ੍ਹ ਜੇ ਪਤਾ ਲੱਗ ਗਿਆ ਪਰਲੇ ਪਾਸੇ ਕੀ ਹੋ ਰਿਹਾ। ਕੰਧ ਕੋਈ ਰੁਕਾਵਟ ਨਹੀਂ ਹੁੰਦੀ। ਜਿਵੇਂ ਰੂਹਾਂ ਲਈ ਵੀ ਕੰਧਾਂ, ਦਰਵਾਜ਼ੇ ਕੋਈ ਰੁਕਾਵਟ ਨਹੀਂ ਹੁੰਦੇ, ਕੋਈ ਰੁਕਾਵਟ ਨਹੀਂ ਹੁੰਦੀ। ਰੂਹ ਬੰਦ ਦਰਵਾਜ਼ੇ ਦੇ ਵਿੱਚ ਵੀ ਅੰਦਰ ਆ ਜਾਂਦੀ ਹੈ, ਕਿਉਂਕਿ ਉਹ ਸਰੀਰ ਨਹੀਂ ਹੈ। ਸਰੀਰਾਂ ਨੂੰ ਰੁਕਾਵਟ ਪੈਂਦੀ, ਉਹਨੂੰ ਰਾਹ ਚਾਹੀਦਾ, ਰੂਹਾਂ ਨੂੰ ਕੋਈ ਰਾਹ ਦੀ ਲੋੜ ਨਹੀਂ ਹੁੰਦੀ। ਇਸੇ ਤਰ੍ਹਾਂ ਜਦੋਂ ਦਿਵ ਦ੍ਰਿਸ਼ਟੀ ਖੁੱਲ੍ਹਦੀ ਹੈ ਸਭ ਕੁਝ ਦਿਸਣ ਲੱਗ ਜਾਂਦਾ ਹੈ, ਅਤੇ ਪਰਮਾਤਮਾ ਦੇ ਪਹਿਲੇ ਹੀ ਜਾਣੀ ਜਾਣ ਹੈ। ਉਹ ਤਾਂ ਜਾਣੀ ਜਾਣ ਹੈ, ਉਹ ਤਾਂ ਅੰਤਰਜਾਮੀ ਹੈ। ਉਹ ਘਟ ਘਟ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਨਤ, ਹਰ ਕੇ ਹਿਰਦੇ ਦੀ ਜਾਣਦਾ ਹੈ। ਇਸ ਲਈ ਕਹਿੰਦੇ ਜਿਹੇ ਪ੍ਰਸਾਦ ਤੇਰੇ ਸਗਲ ਛਿਦਰ ਢਾਕੇ, ਜਿਹਦੀ ਕਿਰਪਾ ਨਾਲ ਤੇਰੇ ਸਾਰੇ ਐਬ, ਤੇਰੀਆਂ ਸਾਰੀਆਂ ਬੁਰਾਈਆਂ ਅਜੇ ਢੱਕੀਆਂ ਹੋਈਆਂ ਹਨ, ਲੋਕਾਂ ਨੂੰ ਅਜੇ ਪਤਾ ਨਹੀਂ ਲੱਗਾ। ਸਿਆਣੇ ਕਹਿੰਦੇ ਢੱਕੀ ਰਿੱਝੇ ਕੋਈ ਨਾ ਬੁੱਝੇ। ਤੁਸੀਂ ਪਤੀਲੇ 'ਚ ਕੋਈ ਦਾਲ ਸਬਜ਼ੀ ਰਿੰਨ ਰਹੇ ਹੋ, ਉੱਤੇ ਢੱਕਣ ਦਿੱਤਾ, ਕਿਸੇ ਨੂੰ ਕੀ ਪਤਾ ਕੀ ਵਿੱਚ ਰਿੱਝ ਰਿਹਾ ਹੈ। ਢੱਕਣ ਚੱਕੋਗੇ ਫਿਰ ਪਤਾ ਲੱਗੂਗਾ ਕਿਹੜੀ ਦਾਲ ਹੈ ਜਾਂ ਕਿਹੜੀ ਸਬਜ਼ੀ। ਇਸ ਲਈ ਪਰਮਾਤਮਾ ਨੇ ਸਾਡੇ ਉਹ ਐਬ ਢੱਕੇ ਹੋਏ ਨੇ। ਜਿਹੇ ਪ੍ਰਸਾਦ ਪਾਈ ਦੁਰਲਭ ਦੇ, ਦੁਰਲਭ ਹੁੰਦਾ ਜਿਹੜੇ ਮਸਾਂ ਲੱਭੇ। ਇਹ ਜਿਹੜਾ ਮਨੁੱਖਾ ਸਰੀਰ ਹੈ ਨਾ, ਇਹਨੂੰ ਦੁਰਲਭ ਕਿਹਾ, ਕਿਉਂਕਿ ਧਰਮ ਇਹ ਕਹਿੰਦਾ ਹੈ ਕਿ 83,99,999 ਜੂਨੀਆਂ ਤੋਂ ਬਾਅਦ ਇਹ ਮਨੁੱਖਾ ਜੂਨੀ ਮਿਲੀ ਹੈ। ਇਹਦਾ ਮਤਲਬ ਫਿਰ ਮਸਾਂ ਮਿਲੀ ਇਹਨੂੰ, ਅਤੇ ਦੁਬਾਰਾ ਵੀ ਪਤਾ ਨਹੀਂ ਮਿਲਣੀ ਹੈ ਕਿ ਨਹੀਂ ਮਿਲਣੀ। ਜੇ ਤਾਂ ਅਸੀਂ ਭਜਨ ਬੰਦਗੀ ਕਰਦੇ ਰਹੇ ਫਿਰ ਤਾਂ ਦੁਬਾਰਾ ਵੀ ਸਾਨੂੰ ਮਨੁੱਖਾ ਜੀਵਨ ਮਿਲ ਸਕਦਾ ਹੈ, ਕਿਉਂਕਿ ਪਰਮਾਤਮਾ ਸੋਚੇਗਾ ਵੀ ਇਹਦੀ ਭਜਨ ਬੰਦਗੀ ਅਧੂਰੀ ਰਹਿ ਰਹੀ ਹੈ, ਇਹਨੂੰ ਕੁਝ ਹੋਰ ਜੀਵਨ ਦਿਓ ਤਾਂ ਜੋ ਇਹਦੀ ਭਜਨ ਬੰਦਗੀ ਪੂਰੀ ਹੋ ਜਾਏ। ਫਿਰ ਵੀ ਅਧੂਰਾ ਰਹਿ ਗਿਆ, ਪੂਰੀ ਨਹੀਂ ਹੋਈ, ਫਿਰ ਇੱਕ ਹੋਰ ਜਨਮ ਮਿਲਦਾ। ਇਸ ਤਰ੍ਹਾਂ ਕਈ ਵਾਰ ਮਨੁੱਖਾ ਜੀਵਨ ਮਿਲਦਾ ਰਹਿੰਦਾ ਹੈ। ਪਰ ਜੇ ਅਸੀਂ ਮਾੜੇ ਕੰਮ ਕਰਦੇ ਰਹੀਏ
ਤੇ ਨਾਲੇ ਜਮਦੂਤ ਕੁੱਟਦੇ ਨੇ ਤੇ ਨਾਲੇ ਫਿਰ ਸਾਨੂੰ ਅੱਗੇ ਨਖਿੱਧ ਜੂਨੀ ਭੇਜ ਦਿੱਤਾ ਜਾਂਦਾ ਹੈ। ਇਸ ਲਈ ਦੁਰਲਭ ਦੇ ਹੈ, ਜਿਹਦੀ ਕਿਰਪਾ ਨਾਲ ਤੈਨੂੰ ਮਨੁੱਖਾ ਜੀਵਨ ਜਿਹੜਾ ਮਿਲਣਾ, ਮਨੁੱਖਾ ਦੇ ਹੀ ਇਹ ਦੁਰਲਭ ਹੈ। ਨਾਨਕ ਤਾਕੀ ਭਗਤ ਕਰੇ, ਹੇ ਭਾਈ ਉਸ ਦੀ ਭਜਨ ਬੰਦਗੀ ਕਰੋ। ਕਹਿੰਦੇ ਉਸ ਪਰਮਾਤਮਾ ਦੀ ਭਜਨ ਬੰਦਗੀ ਕਰੋ ਜਿਹਨੇ ਤੁਹਾਡੇ ਛਿਦਰ ਢਕੇ ਹੋਏ। ਅੱਛਾ, ਉਹ ਰਹਿ ਗਈ ਇੱਕ ਲਾਈਨ ਰਹਿ ਗਈ, ਉੱਪਰ ਸੀ ਜਿਹੇ ਪ੍ਰਸਾਦ ਤੇਰੇ ਸਗਲ ਛਿਦਰ ਢਾਕੇ। ਤੁਸੀਂ ਕਾਹਦੇ ਲਈ ਬੈਠੇ ਹੋਏ ਦੱਸ ਦੇਣਾ ਸੀ, ਬੀਬਾ ਵੀ ਲਾਈਨ ਰਹਿ ਗਈ। ਮਨ ਸ਼ਰਨੀ ਪਰ ਠਾਕੁਰ ਪ੍ਰਭ ਤਾਕ ਹੈ, ਜਿਸ ਦੀ ਕਿਰਪਾ ਨਾਲ ਪਰਮਾਤਮਾ ਨੇ ਤੇਰੇ ਸਾਰੇ ਐਬ ਢਕੇ ਹੋਏ ਹਨ। ਹੇ ਮਨ, ਉਸ ਠਾਕੁਰ ਦੇ, ਉਸ ਪਰਮਾਤਮਾ ਦੀ ਤੂੰ ਸ਼ਰਨ 'ਚ ਆ ਜਾ, ਕਿਉਂਕਿ ਪਰਮਾਤਮਾ ਨੇ ਤੇਰੇ ਲਈ ਬਹੁਤ ਕੁਝ ਕੀਤਾ, ਕਿ ਉਹਦੀ ਸ਼ਰਨ 'ਚ ਆ ਜਾ। ਜਿਹੇ ਪ੍ਰਸਾਦ ਤੁਝ ਕੋ ਨਾ ਪਹੁੰਚੈ, ਹਾਹੇ ਤੇ ਟਿੱਪੀ ਲਾ ਕੇ ਬੋਲਣਾ, ਜਿਸ ਦੀ ਕਿਰਪਾ ਨਾਲ ਤੇਰੇ ਬਰਾਬਰ ਕੋਈ ਪਹੁੰਚਦਾ ਹੀ ਨਹੀਂ ਹੈ। ਵੀ ਤੈਨੂੰ ਪਰਮਾਤਮਾ ਨੇ ਬਹੁਤ ਉਚਾਈ 'ਤੇ ਪਹੁੰਚਾ ਦਿੱਤਾ ਹੈ, ਉੱਚੇ ਰੁਤਬੇ 'ਤੇ ਪਹੁੰਚਾ ਦਿੱਤਾ ਹੈ, ਜਿਹਦੀ ਕਿਰਪਾ ਨਾਲ ਤੇਰੀ ਕੋਈ ਬਰਾਬਰੀ ਹੀ ਨਹੀਂ ਕਰ ਸਕਦਾ, ਤੇਰੇ ਤੱਕ ਕੋਈ ਪਹੁੰਚ ਹੀ ਨਹੀਂ ਸਕਦਾ। ਮਨ ਸਾਸ ਸਾਸ ਸਿਮਰੋ ਪ੍ਰਭ ਉੱਚੇ, ਹੇ ਮਨ ਸਵਾਸ ਸਵਾਸ ਉਸ ਉੱਚੇ ਪਰਮਾਤਮਾ ਦਾ ਸਿਮਰਨ ਕਰ। ਸਵਾਸ ਤੋਂ ਵੀ ਸਾਸ ਬਣ ਗਿਆ, ਸਵਾਸ ਤੋਂ ਬਣਦਾ ਸੁਆਸ, ਸੁਆਸ ਵੀ ਸਾਹ ਹੈ, ਸੁਆਸ ਵੀ ਸਾਹ ਹੈ, ਅਤੇ ਉਦੋਂ ਛੋਟਾ ਹੋ ਗਿਆ ਸਾਸ। ਜਿਹੜੇ ਹਿੰਦੀ ਵਾਲੇ ਕਹਿੰਦੇ ਨੇ, ਮੰਨ ਲਓ ਤੁਸੀਂ ਡਾਕਟਰ ਕੋਲ ਗਏ ਹੋ, ਪੰਜਾਬੀ ਜਿਹੜੇ ਡਾਕਟਰ ਉਹ ਕਹੇ ਸਾਹ ਲਓ ਜੀ, ਲੰਮਾ ਸਾਹ ਲਓ। ਜਿਹੜਾ ਹਿੰਦੀ ਵਾਲਾ ਕੋਈ ਡਾਕਟਰ ਹੈ ਉਹ ਲੰਬਾ ਸਾਂਸ ਲਓ, ਉਹ ਸਾਹ ਨਹੀਂ ਕਹਿੰਦਾ, ਉਹ ਸਾਂਸ ਕਹਿੰਦਾ। ਹਿੰਦੀ ਸਾਂਸ ਕਹਿੰਦੇ ਨੇ। ਜੇ ਕੋਈ ਇਸ ਨੂੰ ਪੜ੍ਹਦੇ ਨੇ ਮਨ ਸਾਂਸ ਸਾਂਸ ਸਿਮਰੋ ਪ੍ਰਭ ਉੱਚੇ, ਤਾਂ ਵੀ ਠੀਕ ਹੈ, ਕਿਉਂਕਿ ਹਿੰਦੀ ਪੜ੍ਹ ਰਿਹਾ। ਅਤੇ ਅਸੀਂ ਜਿਹੜਾ ਹੈ ਉਹਦੀ ਪੰਜਾਬੀ ਬਣਾ ਲਈ, ਸਵਾਸ ਉਸ ਤੋਂ ਬਣ ਗਿਆ ਸਾਸ, ਸਾਹ। ਪੰਜਾਬੀ 'ਚ ਐਕਚੁਅਲੀ ਕਹਿੰਦੇ ਨੇ ਸਾਹ, ਇਹ ਸਵਾਸ ਤੋਂ ਸਾਸ ਬਣਾਇਆ ਹੈ। ਜੇ ਕੋਈ ਹਿੰਦੀ ਵਾਲਾ ਇਹ ਪੜ੍ਹੇਗਾ ਨਾ, ਜੇ ਸੁਖਣੀ ਸਾਹਿਬ ਦਾ ਪਾਠ ਕਰੇਗਾ, ਉਹ ਕਹੇਗਾ ਮਨ ਸਾਂਸ ਸਾਂਸ ਸਿਮਰੋ ਪ੍ਰਭ ਉੱਚੇ, ਉਹ ਉੱਚੇ ਪਰਮਾਤਮਾ ਨੂੰ ਸਵਾਸ ਸਵਾਸ ਸਿਮਰਨ ਕਰੋ, ਉਹ ਜ਼ਿਆਦਾ ਬੈਟਰ ਹੈ ਸਾਂਸ ਸਾਂਸ। ਜਿਹੇ ਪ੍ਰਸਾਦ ਪਾਈ ਦੁਰਲਭ ਦੇ, ਜਿਹਦੀ ਕਿਰਪਾ ਨਾਲ ਤੈਨੂੰ ਮਨੁੱਖਾ ਜੀਵਨ ਜਿਹੜਾ ਮਸਾਂ ਮਿਲਿਆ ਇਹ ਤੈਨੂੰ ਪ੍ਰਾਪਤ ਹੋਇਆ। ਨਾਨਕ ਤਾਕੀ ਭਗਤ ਕਰੇ, ਹੇ ਇਨਸਾਨ ਤੂੰ ਉਸ ਪਰਮਾਤਮਾ ਦੀ ਭਜਨ ਬੰਦਗੀ ਕਰ। ਜਿਹੇ ਪ੍ਰਸਾਦ ਆ ਭੂਖਣ ਪਹਿਰੀਜੈ, ਜੈ ਬਨ ਜੈਰੀ ਪਨ। ਪਹਿਰੀਜੈ ਦਾ ਮਤਲਬ ਪਹਿਣ ਦਾ ਹੈ, ਪਹਿਰੀਜੈ ਪਹਿਣ ਦਾ ਹੈ। ਉਹ ਇਸ ਤਰ੍ਹਾਂ ਜਿਵੇਂ ਉਹ ਜਾਂਦਾ ਹੈ, ਤੂੰ ਜਾਂਦਾ ਹੈ। ਆਪਾਂ ਕਹਿੰਦੇ ਇਹ ਨਹੀਂ ਕਿ ਤੂੰ ਜਾਂਦਾ ਹੈ, ਉਹ ਜਾਂਦਾ ਹੈ, ਤੂੰ ਜਾਂਦਾ ਹੈ। ਇਸੇ ਤਰ੍ਹਾਂ ਪਹਿਰੀਜੈ ਪਹਿਣ ਦਾ ਹੈ। ਜਿਹੇ ਪ੍ਰਸਾਦ ਆਭੂਖਣ ਪਹਿਰੀਜੈ। ਹਿੰਦੀ ਦੇ ਸ਼ਬਦ ਆਭੂਸ਼ਣ, ਗਹਿਣੇ ਨੂੰ ਕਹਿੰਦੇ ਨੇ। ਹਿੰਦੀ ਗਹਿਣੇ ਕਹਿੰਦੇ ਆਭੂਸ਼ਣ। ਉਹ ਹੈ ਤਤਸਮ ਸ਼ਬਦ। ਇੱਕ ਤਤਸਮ ਸ਼ਬਦ ਹੁੰਦੇ ਨੇ ਜਿਹੜੇ ਉਸੇ ਜ਼ਬਾਨ ਦੇ ਓਰੀਜਨਲ ਸ਼ਬਦ ਹੁੰਦੇ ਨੇ। ਇੱਕ ਹੁੰਦੇ ਨੇ ਤਦ ਭਾਵ, ਜਦੋਂ ਉਹ ਸ਼ਬਦ ਦੂਜੀ ਜ਼ਬਾਨ ਦੇ ਵਿੱਚ ਆਉਂਦਾ ਉਸ ਦੇ ਵਿੱਚ ਕੁਝ ਪਰਿਵਰਤਨ ਆ ਜਾਂਦਾ ਹੈ, ਉਹਨੂੰ ਕਹਿੰਦੇ ਤਦ ਭਾਵ। ਆਭੂਸ਼ਣ ਤੋਂ ਜਦੋਂ ਗੁਰਬਾਣੀ ਸ਼ਬਦ ਉੱਥੇ ਬਣ ਗਿਆ ਆਭੂਖਣ, ਮੀਨਿੰਗ ਉਹੀ ਆਭੂਸ਼ਣ ਵਾਲਾ ਗਹਿਣੇ। ਜਿਹੇ ਪ੍ਰਸਾਦ ਆਭੂਖਣ ਪਹਿਰੀਜੈ। ਜਿਵੇਂ ਅਰਬੀ ਫਾਰਸੀ ਸ਼ਬਦ ਹੈ ਵੁਜ਼ੂ, ਜਿਹਨੂੰ 5 ਇਸ਼ਨਾਨਾਂ ਕਹਿੰਦੇ। ਵੁਜ਼ੂ ਅਰਬੀ ਫਾਰਸੀ ਦਾ ਸ਼ਬਦ ਹੈ। ਜਦੋਂ ਗੁਰਬਾਣੀ 'ਚ ਆਇਆ ਤਾਂ ਵੁਜ਼ੂ ਤੋਂ ਬਣ ਗਿਆ ਉਜ਼ੂ। ਉੱਠ ਫਰੀਦਾ ਉਜ਼ੂ ਸਾਜ,
ਸੁਬਹ ਨਿਵਾਸ ਗੁਜ਼ਾਰ, ਜੋ ਸਿਰ ਸਾਈ ਨਾ ਨਿਵੈ, ਸੋ ਸਿਰ ਕੱਪ ਉਤਾਰ। ਕੱਪ ਵੱਢ ਕੇ ਸੁੱਟ ਦੇ। ਸੋ ਇਸ ਤਰ੍ਹਾਂ ਇਹ ਤਦ ਭਾਵ ਸ਼ਬਦ ਹਨ। ਇੱਕ ਉਹਦੇ ਤਤ ਸਮ, ਤਤ ਸਮ ਹੈ ਆਭੂਸ਼ਣ, ਉਸ ਤੋਂ ਤਦ ਭਾਵ ਬਣਿਆ ਆਭੂਖਣ, ਗਹਿਣੇ। ਜਿਹੇ ਪ੍ਰਸਾਦ ਆਭੂਖਣ ਪਹਿਰੀ ਜੈ, ਜਿਹਦੀ ਕਿਰਪਾ ਨਾਲ ਤੂੰ ਗਹਿਣੇ ਪਹਿਨਦਾ ਹੈ। ਹਰ ਕਿਤੇ ਤਾਂ ਵਿਚਾਰੇ ਨੂੰ ਗਹਿਣੇ ਨਹੀਂ ਮਿਲਦੇ। ਜਿਹੜੇ ਅਮੀਰ ਨੇ, ਬਹੁਤ ਅਮੀਰ ਨੇ, ਉਹ ਹੀਰੇ ਪਾਉਂਦੇ ਨੇ। ਜਿਹੜਾ ਦਰਮਿਆਨਾ ਤਬਕਾ ਹੈ ਉਹ ਸੋਨੇ ਦੇ ਗਹਿਣੇ ਪਾਉਂਦਾ ਹੈ। ਜਿਹੜਾ ਕੋਈ ਹੋਰ ਗਰੀਬ ਤਬਕਾ ਹੈ ਉਹ ਵਿਚਾਰਾ ਚਾਂਦੀ ਦੇ ਗਹਿਣੇ ਪਾਉਂਦਾ। ਗਹਿਣੇ ਪਾਉਣੇ ਇਹ ਔਰਤਾਂ ਦਾ ਸ਼ਿੰਗਾਰ ਦਾ ਇੱਕ ਹਿੱਸਾ ਹੈ। ਸੋ ਔਰਤਾਂ ਜਿਹੜੀਆਂ ਨੇ ਉਹ ਦੋ ਚੀਜ਼ਾਂ ਦੀ ਮੈਂ ਦੇਖਿਆ ਸ਼ੌਕੀਨ ਨੇ, ਇੱਕ ਗਹਿਣਿਆਂ ਦੀਆਂ, ਇੱਕ ਕੱਪੜਿਆਂ ਦੀਆਂ। ਆਪਣੇ ਆਪਣੇ ਸ਼ੌਕ ਹੁੰਦੇ ਨੇ, ਹਰ ਇਨਸਾਨ ਦੇ ਆਪਣੇ ਆਪਣੇ ਸ਼ੌਕ ਨੇ। ਸੋ ਜਿਸ ਦੀ ਕਿਰਪਾ ਨਾਲ ਹੈ ਇਨਸਾਨ ਤੂੰ ਗਹਿਣੇ ਪਹਿਨਦਾ ਹੈ, ਮਨ ਤਿਸ ਸਿਮਰਤ ਕਿਉਂ ਆਲਸ ਕੀਜੈ। ਕੀਜੈ ਨਹੀਂ ਪੜ੍ਹਨਾ, ਕੀਜੈ। ਹੇ ਮਨ, ਤੂੰ ਉਸ ਦਾ ਸਿਮਰਨ ਕਰਨ ਵੇਲੇ ਆਲਸ ਕਿਉਂ ਕਰਦਾ ਹੈ। ਕੀਜੈ ਮੇਰੇ ਕਰਦਾ ਹੈ, ਕੀਜੈ ਕਰਦਾ ਹੈ। ਜੇ ਪਹਿਰੀਜੈ ਪਹਿਨਦਾ ਹੈ, ਪਹਿਰੀਜੈ ਪਹਿਨਦਾ ਹੈ। ਕੀਜੈ ਕਰਦਾ ਹੈ, ਕੀਜੈ ਕਰਦਾ ਹੈ। ਮਨ ਹੈ ਮਨ, ਤੂੰ ਉਸ ਨੂੰ ਸਿਮਰਨ ਵੇਲੇ, ਉਸ ਦੇ ਸਿਮਰਨ ਵੇਲੇ ਤੂੰ ਆਲਸ ਕਿਉਂ ਕਰਦਾ। ਤੂੰ ਸ਼ੁਕਰਗੁਜ਼ਾਰ ਹੋ ਵੀ ਪਰਮਾਤਮਾ ਨੇ ਤੈਨੂੰ ਕਿੰਨੇ ਸੋਹਣੇ ਗਹਿਣੇ ਦਿੱਤੇ ਨੇ, ਤੈਨੂੰ ਦੁਰਲੱਭ ਦੇ ਦਿੱਤੀ ਹੈ, ਤੈਨੂੰ ਬੜਾ ਕੁਝ ਦਿੱਤਾ। ਦੇਖੋ ਕਿੰਨਾ ਕੁਛ ਗਿਣਿਆ ਹੋਇਆ ਇਸ ਅਸ਼ਟਪਦੀ ਦੇ ਵਿੱਚ। ਉਹਦਾ ਸਾਨੂੰ ਧੰਨਵਾਦੀ ਹੋਣਾ ਚਾਹੀਦਾ ਹੈ। ਅਸੀਂ ਉਹਦਾ ਧੰਨਵਾਦ ਕਿਉਂ ਨਹੀਂ ਕਰਦੇ। ਅਸੀਂ ਲੈ ਰੱਬ ਨੇ ਥੋੜ੍ਹੇ ਸਾਨੂੰ ਗਹਿਣੇ ਦਿੱਤੇ ਨੇ, ਇਹ ਤਾਂ ਸਾਡੇ ਕੋਲ ਪੈਸੇ ਸਰ ਅਸੀਂ ਖਰੀਦੇ ਨੇ, ਇਹ 'ਚ ਰੱਬ ਦਾ ਕੀ ਹਿੱਸਾ ਹੈ ਜੀ। ਅੱਗੋਂ ਐਂ ਅਸੀਂ ਕਹਿੰਦੇ ਰੱਬ ਨੇ ਸਾਨੂੰ ਥੋੜ੍ਹੇ ਗਹਿਣੇ ਦਿੱਤੇ, ਰੱਬ ਨੇ ਕੁੱਤੋਂ ਗਹਿਣੇ ਸੁੱਟੇ ਨੇ ਵੀ ਲੈ ਵੀ ਚੱਕ ਬੀਬੀ, ਹਾਰ ਲੈ, ਆ ਕੰਗਣ ਲੈ, ਰੱਬ ਨੇ ਕੁੱਤੋਂ ਸੁੱਟੇ ਨੇ, ਇਹ ਤਾਂ ਅਸੀਂ ਜੀ ਆਪ ਖਰੀਦੇ ਨੇ। ਉਹ ਪਰਮਾਤਮਾ ਕਹਿੰਦਾ ਕਮਲਿਆ, ਜੇ ਮੈਨੂੰ ਤੈਨੂੰ ਧਨ ਦੇ ਯੋਗ ਤੈਨੂੰ ਮੈਂ ਅਮੀਰ ਹੀ ਨਾ ਬਣਾਉਂਦਾ, ਫਿਰ ਤੂੰ ਕੀ ਕਰ ਲੈਂਦਾ ਬਈ। ਜੇ ਤੁਹਾਡੇ 'ਚ ਅਮੀਰ ਬੈਠੇ ਨੇ ਲੋਕ, ਇਹ ਦਾਤੇ ਦੀ ਕਿਰਪਾ ਹੈ। ਜੇ ਸਾਰੇ ਯਤਨ ਕਰਕੇ ਵੀਰ ਹੋ ਸਕਦੇ, ਫਿਰ ਗਰੀਬ ਰਹਿੰਦਾ ਹੀ ਕੋਈ ਨਾ। ਫਿਰ ਤਾਂ ਕੋਈ ਗਰੀਬ ਹੀ ਨਾ ਰਹਿੰਦਾ। ਕਰੋੜਾਂ ਲੋਕ ਗਰੀਬ ਨੇ। ਪਿੱਛੇ ਜੇ ਅਖਬਾਰ 'ਚ ਆਇਆ ਸੀ ਕਿ ਹਿੰਦੁਸਤਾਨ ਦੀ ਆਬਾਦੀ 135 ਕਰੋੜ ਹੈ। 80 ਕਰੋੜ ਲੋਕ ਜਿਹੇ ਨੇ ਜਿਹੜੇ 5-6 ਮਹੀਨੇ ਬੈਠ ਕੇ ਵੀ ਖਾ ਸਕਦੇ ਹਨ, ਉਹਨਾਂ ਦੀ ਆਰਥਿਕ ਹਾਲਤ ਠੀਕ ਹੈ। ਪਰ 45 ਕਰੋੜ ਹਿੰਦੁਸਤਾਨ ਦੇ ਐਸੇ ਲੋਕ ਨੇ ਜਿਹੜੇ ਵਿਚਾਰੇ ਰੋਜ਼ ਕਮਾਉਂਦੇ ਸਨ ਅਤੇ ਰੋਜ਼ ਖਾਂਦੇ ਸਨ। ਉਹਨਾਂ ਕਿੱਥੋਂ ਗਹਿਣੇ ਲੈਣੇ ਨੇ, ਤੁਸੀਂ ਆਪ ਹੀ ਸੋਚੋ। ਜਿੰਨਾ ਰੋਜ਼ ਕਮਾਉਣਾ, ਰੋਜ਼ ਖਾਣੇ, ਉਹ ਗਹਿਣੇ ਕਿੱਥੋਂ ਲੈਣਗੇ। ਕੀ ਉਹ ਸਾਡੇ ਤੋਂ ਘੱਟ ਮਿਹਨਤ ਕਰਦੇ ਨੇ। ਦਿਨ ਰਾਤ ਮਿੱਟੀ ਘੱਟਾ ਹੁੰਦੇ ਨੇ, ਪੈਸੇ ਸਾਡੇ ਤਾਂ ਘੱਟ ਲੈਂਦੇ ਨੇ। ਅਸੀਂ ਕੰਮ ਘੱਟ ਕਰਦੇ ਹਾਂ, ਸਾਡੀ ਆਮਦਨ ਵੱਧ ਹੈ, ਉਹ ਕੰਮ ਸਾਡੇ ਤੋਂ ਵੱਧ ਕਰਦੇ ਨੇ ਅਤੇ ਆਮਦਨ ਉਹਨਾਂ ਦੀ ਘੱਟ ਹੈ। ਇਸ ਲਈ ਇਹ ਨਾ ਸਮਝੋ ਮੈਂ ਆਪਣੀ ਤਨਖਾਹ ਦੇ ਵਿੱਚੋਂ ਜਿਹੜਾ ਗਹਿਣੇ ਲਏ ਨੇ, ਦੇਖਣ ਨੂੰ ਇਹੀ ਲੱਗਦਾ। ਅਤੇ ਜੇ ਰੱਬ ਡਿਸਮਿਸ ਕਰਾ ਦੇ, ਹੁਣ ਫਿਰ ਘਰ ਤੇਰੇ ਵਿਕ ਵੀ ਜਾਣਗੇ। ਤੂੰ ਜਿਸ ਹਰਾਮ ਦੀ ਕਮਾਈ ਨਾਲ ਗਹਿਣੇ ਗੁਣੇ ਖਰੀਦੇ ਨਾ, ਅਤੇ ਜਿੱਦੇ ਡਿਸਮਿਸ ਹੋ ਗਏ ਨਾ, ਫਿਰ ਪੁਲਿਸ ਨੇ ਵੀ ਕੁੱਟਣੇ, ਉਹਨਾਂ ਨੂੰ ਕਿ ਲਿਆ ਸਾਨੂੰ ਵੀ ਕੋਈ ਦੇ, ਵਕੀਲਾਂ ਨੇ ਵੀ ਮੰਗਣੇ, ਲਿਆ ਵੀ ਦੇ, ਤਾਂ ਤੇਰਾ ਮੁਕੱਦਮਾ ਲੜਾਂਗੇ। ਕਿੰਨਾ ਸਮਾਂ ਚੱਲੂਗਾ, ਸਾਰੇ ਹੀ ਲੱਗ ਲੁੱਗ ਜਾਣੇ ਨੇ। ਉਦੋਂ ਦੱਸੀ ਵੀ ਹਾਂ ਜੀ, ਤਾਂ ਮੈਂ ਆਪ ਖਰੀਦੇ ਸੀ ਜੀ, ਇਹ ਸਭ ਉਸ ਦੀ ਦਾਤ ਹੈ। ਦੇਖੋ
ਜਿਹੜਾ ਸ਼ਲੋਕ ਸੀ ਨਾ, ਉਸ ਗੁਰੂ ਮਹਾਰਾਜ ਕਹਿੰਦੇ, ਹੇ ਪਰਮਾਤਮਾ, ਮੈਂ ਤੇਰੀ ਆ ਗਿਆ ਸ਼ਰਨ 'ਚ, ਹੁਣ ਤੂੰ ਮੇਰੇ ਤੋਂ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਇਹ ਖਤਮ ਕਰ ਦੇ। ਤੇ ਤਾਂ ਹੀ ਖਤਮ ਹੋਣਗੇ ਜੇ ਆ ਜਿਹੜੀ ਸਾਰੀ ਦੀ ਸਾਰੀ ਅਸ਼ਟਪਦੀ 'ਤੇ ਸਾਨੂੰ 100% ਵਿਸ਼ਵਾਸ ਆ ਜਾਏ ਕਿ ਜੋ ਕੁਛ ਵੀ ਸਾਡੇ ਕੋਲ ਹੈ, ਸਰੀਰ ਤੋਂ ਲੈ ਕੇ ਹੋਰ ਮਾਲ ਮੱਤਾ, ਇਹ ਤਾਂ ਸਭ ਪਰਮਾਤਮਾ ਦਾ ਦਿੱਤਾ ਹੋਇਆ ਹੈ, ਇਹ ਸਾਡਾ ਨਹੀਂ ਹੈ। ਅਤੇ ਜਦੋਂ ਇਹ ਹੋ ਜਾਏਗਾ ਇਹ ਤਾਂ ਰੱਬ ਦਾ ਦਿੱਤਾ, ਮੇਰਾ ਹੈ ਹੀ ਨਹੀਂ, ਅਤੇ ਫਿਰ ਮੈਂ ਕਾਹਦਾ ਹੰਕਾਰ ਕਰਨਾ? ਤੁਸੀਂ ਆਪ ਹੀ ਸੋਚੋ, ਫਿਰ ਕਾਹਦਾ ਹੰਕਾਰ? ਕਿਸੇ ਦੀ ਦਿੱਤੀ ਚੀਜ਼ 'ਤੇ ਥੋੜ੍ਹੀ ਹੰਕਾਰ ਹੋ ਸਕਦਾ ਹੈ। ਇਸ ਲਈ ਗੁਰੂ ਮਹਾਰਾਜ ਸਮਝਾ ਰਹੇ ਨੇ, ਜਿਹ ਪ੍ਰਸਾਦ ਅਸ਼ਵ ਹਸਤ ਅਸਵਾਰੀ। ਅਸ਼ਵ ਸੰਸਕ੍ਰਿਤ ਦਾ ਸ਼ਬਦ ਹੈ, ਘੋੜੇ, ਹਸਤ ਹਾਥੀ, ਅਸਵਾਰੀ ਸਵਾਰੀ ਨੂੰ ਹੈ। ਸਵਾਰੀ ਜਿਹੜੀ ਹੈ ਉਹਨੂੰ ਜਦੋਂ ਗੁਰਬਾਣੀ 'ਚ ਲਿਖਿਆ ਜਾਂਦਾ ਉਹਦੇ ਅੱਗੇ ਆੜਾ ਲਾ ਦਿੱਤਾ ਜਾਂਦਾ, ਅਸਵਾਰੀ ਮਤਲਬ ਸਵਾਰੀ ਤੋਂ ਹੀ ਹੈ। ਜਿਹਦੀ ਕਿਰਪਾ ਨਾਲ ਤੈਨੂੰ ਘੋੜੇ, ਹਾਥੀ ਸਵਾਰੀ ਲਈ ਮਿਲੇ ਹੋਏ ਹਨ, ਕਿਉਂਕਿ ਉਦੋਂ ਘੋੜੇ, ਹਾਥੀ ਹੀ ਮਹਿੰਗੀ ਚੀਜ਼ ਗਿਣੀ ਗਈ ਸੀ। ਅੱਜ ਕੱਲ੍ਹ ਤਾਂ ਕਾਰਾਂ ਹੋ ਜਾਣਗੀਆਂ, ਹੈਲੀਕਾਪਟਰ ਹੋਣਗੇ, ਹਵਾਈ ਜਹਾਜ਼ ਹੋਣਗੇ, ਇਹਨਾਂ ਦੀ ਵਰਤੋਂ ਹੋ ਜਾਏਗੀ ਅੱਜ ਕੱਲ੍ਹ ਤਾਂ। ਉਦੋਂ ਘੋੜੇ, ਹਾਥੀ ਇਹੀ ਰਾਜੇ ਮਹਾਰਾਜਿਆਂ ਕੋਲ ਹੋਇਆ ਕਰਦੇ ਸਨ। ਪਿੰਡ ਵਿੱਚ ਘੋੜੀ ਕਿਸੇ ਅਮੀਰ ਕੋਲ ਹੋਇਆ ਕਰਦੇ ਸੀ। ਆਮ ਬੰਦਾ ਤਾਂ ਘੋੜੀ ਖਰੀਦਣ ਜੋ ਕੋਈ ਨਹੀਂ ਸੀ, ਹਾਥੀ ਤਾਂ ਉਹਨੇ ਕੀ ਖਰੀਦਣਾ ਸੀ। ਜਿਹਦੀ ਕਿਰਪਾ ਨਾਲ ਤੂੰ ਘੋੜਿਆਂ, ਹਾਥੀਆਂ ਦੀ ਸਵਾਰੀ ਕਰਦਾ, ਮਨ ਤਿਸ ਪ੍ਰਭ ਕੋ ਕਬੂ ਨਾ ਵਿਸਾਰੀ। ਹੈ ਮਨ, ਉਸ ਪਰਮਾਤਮਾ ਨੂੰ ਕਦੇ ਨਹੀਂ ਭੁਲਾਉਣਾ ਚਾਹੀਦਾ, ਉਹਨੂੰ ਕਦੇ ਨਹੀਂ ਵਿਸਾਰਨਾ ਚਾਹੀਦਾ। ਜਿਹ ਪ੍ਰਸਾਦ ਬਾਗ ਮਿਲਖ ਧਨਾ, ਮਿਲਖ ਜਾਇਦਾਦ ਨੂੰ ਕਹਿੰਦੇ, ਉਰਦੂ ਫਾਰਸੀ ਦਾ ਸ਼ਬਦ ਹੈ ਮਿਲਖ, ਜਾਇਦਾਦ, ਪ੍ਰਾਪਰਟੀ ਜਿਹਨੂੰ ਆਪਾਂ ਕਹਿੰਦੇ। ਜਿਹਦੀ ਕਿਰਪਾ ਨਾਲ ਤੇਰੇ ਕੋਲ ਬਾਗ ਨੇ, ਜਾਇਦਾਦ ਹੈ, ਧਨ ਹੈ। ਰਾਖ ਪਰੋਏ ਪ੍ਰਭ ਆਪਣੇ ਮਨ, ਉਸ ਪਰਮਾਤਮਾ ਦੀ ਯਾਦ ਨੂੰ ਆਪਣੇ ਮਨ 'ਚ ਪਰੋ ਕੇ ਰੱਖ। ਜਿਵੇਂ ਫੁੱਲ ਹੈ, ਆਪਾਂ 5-7 ਫੁੱਲ ਲਏ ਨੇ, ਜੇ ਉਹਨੂੰ ਆਪਾਂ ਨੂੰ ਧਾਗੇ ਜਿਹੇ ਉਹਨੂੰ ਪਰੋਂਦੇ ਨਹੀਂ, ਉਹ ਇਕੱਠੇ ਨਹੀਂ ਰਹਿ ਸਕਦੇ। ਅਗਰ ਉਹਨਾਂ ਨੂੰ ਇਕੱਠਿਆਂ ਰੱਖਣੇ, ਫਿਰ ਧਾਗੇ ਨਾਲ ਪਰੋ ਕੇ ਮਾਲਾ ਬਣਾਉਣੀ ਪੈਣੀ ਹੈ। ਉਹ ਸੁੱਕ ਭਾਵੇਂ ਜਾਣ, ਪਰ ਅੱਡ ਨਹੀਂ ਹੁੰਦੇ। ਇਸ ਤਰ੍ਹਾਂ ਪਰਮਾਤਮਾ ਦੇ ਨਾਮ ਨੂੰ, ਉਹਦੀ ਯਾਦ ਨੂੰ ਹਿਰਦੇ 'ਚ ਪਰੋ ਕੇ ਰੱਖਣਾ। ਰਾਖ ਪਰੋਏ ਪ੍ਰਭ ਆਪਣੇ ਮਨ, ਹੇ ਮਨ, ਉਸ ਪਰਮਾਤਮਾ ਨੂੰ ਆਪਣੇ ਮਨ 'ਚ ਪਰੋ ਕੇ ਰੱਖ। ਜਿਨ ਤੇਰੀ ਮਨ ਬਣਤ ਬਣਾਈ, ਹੇ ਮਨ ਭਾਵ ਹੇ ਇਨਸਾਨ, ਜਿਸ ਨੇ ਤੇਰਾ ਇਹ ਸਰੀਰ ਬਣਾਇਆ ਹੈ। ਬਣਤ ਬਣਾਈ, ਇਹ ਸਰੀਰ ਬਣਾਇਆ। ਊਠਤ ਬੈਠਤ ਸਾਧ ਤਿਸਹਿ ਧਿਆਈ, ਉੜਦਿਆਂ ਬੈਠਦਿਆਂ ਸਦਾ ਹੀ ਉਸ ਨੂੰ ਧਿਆਉਣਾ ਚਾਹੀਦਾ ਹੈ, ਜਿਸ ਨੇ ਤੇਰੇ ਸਰੀਰ ਬਣਾਇਆ ਹੈ। ਵੀ ਤੈਨੂੰ ਕੀੜਾ ਮਕੌੜਾ ਨਹੀਂ ਬਣਾਇਆ, ਤੈਨੂੰ ਕੋਈ ਪਸ਼ੂ ਪੰਛੀ ਨਹੀਂ ਬਣਾਇਆ, ਤੈਨੂੰ ਸਾਰੀਆਂ ਜੂਨਾਂ ਦਾ ਸਰਦਾਰ ਬਣਾਇਆ ਹੈ। ਇਸ ਧਰਤੀ ਮੈਂ ਤੇਰੀ ਸਿਕਦਾਰੀ, ਇਸ ਧਰਤੀ ਦਾ ਸਰਦਾਰ ਤੂੰ ਹੈ। 84 ਲੱਖ ਜੂਨੀਆਂ ਤੇਰੇ ਅਧੀਨ ਨੇ। ਹਾਥੀ ਕਿੱਡਾ ਵੱਡਾ ਹੁੰਦਾ ਦੇਖੋ, ਜੋ ਚਾਹੇ ਆਪਣੀ ਸੁੰਡ ਦੇ ਨਾਲ ਦਰਖਤ ਨੂੰ ਜੜ੍ਹਾਂ ਤੋਂ ਪੁੱਟ ਸਕਦੇ, ਇਹ ਨਹੀਂ ਤਾਕਤ ਹੁੰਦੀ ਉਹਦੇ 'ਚ। ਪਰ ਸਾਡੇ ਵਰਗੇ ਟੁੱਟੇ ਟੁੱਟੇ ਜਵਾਕ ਜੇ ਵੀ ਉਹਦੇ ਉੱਤੇ ਬੈਠੇ ਹੁੰਦੇ ਨੇ। ਐਡਾ ਵੱਡਾ ਹਾਥੀ, ਇਹ ਬੰਦੇ 'ਚ ਕਿਤਨਾ ਦਿਮਾਗ ਹੈ, ਕਿਤਨੀ ਸ਼ਕਤੀ ਹੈ ਕਿ ਐਡੇ ਵੱਡੇ ਵੱਡੇ ਜਾਨਵਰਾਂ 'ਤੇ ਵੀ ਸਵਾਰੀ ਕਰਦਾ ਹੈ। ਸ਼ੇਰ ਹੈ ਜਿਹਨੂੰ ਜੰਗਲ ਦਾ ਰਾਜਾ ਕਹਿੰਦਾ। ਜੰਗਲ 'ਚ ਜਿੰਨੇ ਜਾਨਵਰ ਨੇ ਸਾਰੇ ਸ਼ੇਰ ਤੋਂ ਡਰਦੇ ਨੇ। ਜੇ ਇੱਕ ਭਬਕ ਮਾਰੇ ਨਾ, ਭੱਜ ਪੁੱਜ ਜਾਂਦੇ ਨੇ। ਕੋਈ ਬਾਹਰ ਨਹੀਂ ਰਹਿੰਦਾ ਵੀ ਆ ਗਿਆ ਸ਼ੇਰ, ਕਿਤੇ ਸਾਨੂੰ ਖਾ ਨਾ ਜਾ। ਆਪਣੇ ਘੁਰਨਿਆਂ ਜਿੱਥੇ ਲੁਕ ਸਕਦੇ ਉੱਥੇ ਲੁਕ ਜਾਂਦੇ।
ਪਰ ਦੇਖੋ ਉਸੇ ਸ਼ੇਰ ਨੂੰ ਸਰਕਸ ਵਾਲੇ ਕਿਵੇਂ ਨਚਾਉਂਦੇ ਨੇ। ਕਦੇ ਉਹਨੂੰ ਕਹਿਣਗੇ ਇਸ਼ਾਰੇ ਨਾਲ ਆਟੇ ਮੇਜ਼ 'ਤੇ ਬਹਿ ਜਾ। ਇੱਕੋ ਵਾਰੀ ਮੈਂ ਸਰਕਸ ਵੇਖੀ ਸੀ, ਮੈਂ ਤਮਾਸ਼ਾ ਵੇਖਦਾ ਰਿਹਾ। ਮੈਂ ਦੇਖੋ ਇਹ ਬੰਦਾ ਕਿੰਨਾ ਚਲਾਕ ਹੈ। ਜਦੋਂ ਕਿਸੇ ਨੂੰ ਬਹੁਤ ਦੇਰ ਗੁਲਾਮ ਰੱਖੀਏ ਨਾ, ਉਹਨੂੰ ਆਪਣੀ ਅਸਲੀਅਤ ਭੁੱਲ ਜਾਂਦੀ ਹੈ ਕਿ ਮੈਂ ਕੌਣ ਹਾਂ। ਹੁਣ ਬਾਣੀ 'ਚ ਬੜਾ ਕਹਿੰਦੇ ਹੈ ਇਨਸਾਨ ਤੂੰ ਆਪਣੇ ਆਪ ਨੂੰ ਜਾਣ, ਤੂੰ ਕੌਣ ਹੈ। ਪਰ ਸਦੀਆਂ ਬੀਤ ਗਈਆਂ ਨੇ, ਸਾਨੂੰ ਆਪਣੀ ਅਸਲੀਅਤ ਹੀ ਭੁੱਲ ਰਹੀ ਕਿ ਅਸੀਂ ਕੌਣ ਹਾਂ। ਅਸੀਂ ਕੌਣ ਹਾਂ, ਇਹ ਸਿਮਰਨ ਨੇ ਤਾਂ ਸਾਨੂੰ ਦੱਸਣਾ ਸਮਾਂ ਕਿ ਅਸੀਂ ਕੌਣ ਹਾਂ। ਅਤੇ ਜਦੋਂ ਪਤਾ ਲੱਗੇ ਅਸੀਂ ਕੌਣ ਹਾਂ, ਫਿਰ ਪਤਾ ਲੱਗਿਆ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ। ਹੈ ਪਰਮਾਤਮਾ ਤੇਰੇ ਮੇਰੇ ਤੇਰੇ 'ਚ ਕੋਈ ਫਰਕ ਹੀ ਨਹੀਂ। ਮੈਂ ਤਾਂ ਤੇਰੇ ਹੀ ਰੂਪ ਹਾਂ। ਮਨ ਤੂੰ ਜੋਤ ਸਰੂਪ ਹੈ, ਅਸੀਂ ਤਾਂ ਉਹਦੇ ਹੀ ਰੂਪ ਹਾਂ। ਪਰ ਬੜਾ ਸਮਾਂ ਉਸ ਤੋਂ ਵਿਛੜਿਆ ਹੋਣ ਕਰਕੇ ਸਾਨੂੰ ਭੁੱਲ ਹੀ ਗਿਆ ਕਿ ਅਸੀਂ ਕੌਣ ਹਾਂ। ਸ਼ੇਰ ਨੂੰ ਭੁੱਲ ਹੀ ਗਿਆ ਕੋਈ ਸ਼ੇਰ ਹੈ, ਅਤੇ ਉਹ ਬਿੱਲੀ ਦੀ ਤਰ੍ਹਾਂ ਵਿਚਾਰਾ ਬੰਦੇ ਤੋਂ ਡਰਦਾ ਹੋਇਆ, ਜਿਵੇਂ ਬੰਦਾ ਕਹਿੰਦਾ ਉਵੇਂ ਕਰ ਰਿਹਾ ਹੈ ਕਿ ਮੇਜ਼ 'ਤੇ ਬਹਿ ਜਾ। ਉਹ ਵਿਚਾਰਾ ਟਪੂਸੀ ਮਾਰੀ, ਸ਼ੇਰ ਮੇਜ਼ 'ਤੇ ਬਹਿ ਗਿਆ। ਇੱਕ ਗੋਲ ਲੋਹੇ ਦਾ ਇੱਕ ਗੋਲ ਦਾਇਰਾ ਸੀ ਬਣਿਆ, ਉਹਨੂੰ ਲੀਰਾਂ ਆਲੇ ਦੁਆਲੇ ਬੰਨ੍ਹ ਕੇ ਉਹਨੂੰ ਅੱਗ ਲਾਈ ਹੋਈ ਸੀ। ਅਤੇ ਉਹ ਜਿਹੜਾ ਸਰਕਸ ਵਾਲਾ ਕਹਿ ਰਿਹਾ ਤੂੰ ਇਸ ਦੇ ਵਿੱਚੋਂ ਦੀ ਛਾਲ ਮਾਰ। ਅਤੇ ਉਹ ਸ਼ੇਰ ਮੇਜ਼ ਤੋਂ ਉੱਠਿਆ ਅਤੇ ਉਹ ਜਿਹੜਾ ਗੋਲ ਸੀ ਲੋਹੇ ਦਾ ਜੰਗਲ, ਉਹਦੇ ਵਿੱਚੋਂ ਦੀ ਛਾਲ ਮਾਰੀ। ਮੈਂ ਜੇ ਕਿਤੇ ਇਸ ਨੂੰ ਜੈਮਲ ਸਿਆਂ ਯਾਦ ਆ ਜਾਏ ਨਾ, ਮੈਂ ਸ਼ੇਰ ਹਾਂ। ਅਤੇ ਜੇ ਨੇ ਇੱਕ ਮਾਰੀ ਨਾ ਭਬਕ, ਅਤੇ ਜਿਹੜੇ ਅਸੀਂ ਸਰਕਸ ਵੇ ਅੱਧੇ 'ਤੇ ਅਸੀਂ ਬੇਹੋਸ਼ ਹੋ ਕੇ ਡਿੱਗ ਪਾਂਗੇ, ਅਤੇ ਸਾਰੇ ਯਮੁਨਾ ਨਗਰ ਦੇ 'ਚ ਰੌਲਾ ਪੈ ਜਾਏਗਾ ਸ਼ੇਰ ਖੁੱਲ੍ਹ ਗਿਆ, ਸ਼ੇਰ ਖੁੱਲ੍ਹ ਗਿਆ। ਜਿਵੇਂ ਅਸੀਂ 712 ਈਸਵੀ ਦੇ ਵਿੱਚ ਗੁਲਾਮ ਹੋਣੇ ਸ਼ੁਰੂ ਹੋਏ, 1947 ਤੱਕ ਗੁਲਾਮ ਰਹੇ। 1200 ਸਾਲ, 1250 ਸਾਲ ਅਸੀਂ ਗੁਲਾਮ ਰਹੇ। ਸਾਨੂੰ ਰਾਜ ਕਰਨ ਵਾਲੇ ਨੇ ਭੁਲਾ ਹੀ ਦਿੱਤਾ ਕਿ ਅਸੀਂ ਬੰਦੇ ਹਾਂ। ਸਾਨੂੰ ਲੱਗਿਆ ਅਸੀਂ ਡੰਗਰ ਹਾਂ, ਇਹ ਸਾਡੇ ਮਾਲਕ ਨੇ, ਜਿਵੇਂ ਡੰਡੇ ਨਾਲ ਸਾਨੂੰ ਕਹਿਣਗੇ ਅਸੀਂ ਉਵੇਂ ਕਰਦੇ। ਭੁੱਲ ਹੀ ਗਿਆ ਕਿ ਅਸੀਂ ਬੰਦੇ ਹਾਂ। ਇਹ ਬਾਣੀ ਨੇ, ਸਿਮਰਨ ਨੇ ਯਾਦ ਕਰਾਉਣਾ ਕਿ ਅਸੀਂ ਕੌਣ ਹਾਂ। ਇਸ ਲਈ ਕਹਿੰਦੇ ਜਿਹਨੇ ਤੇਰੀ ਇਹ ਬਣਤ ਬਣਾਈ ਹੈ ਨਾ, ਜਿਹਨੇ ਤੇਰਾ ਸਰੀਰ ਮਨੁੱਖਾ ਸਰੀਰ ਬਣਾਇਆ, ਉੱਠਦਿਆਂ ਬੈਠਦਿਆਂ ਤੂੰ ਸਦਾ ਹੀ ਉਸ ਨੂੰ ਯਾਦ ਰੱਖਣਾ। ਤਿਸੈ ਧਿਆਏ ਜੋ ਏਕ ਅਲਖ ਹੈ। ਇਹਨੂੰ ਅਲਖ ਹੈ ਨਹੀਂ ਪੜ੍ਹਨਾ, ਅਲਖ ਹੈ। ਅਲਖ ਹੈ ਵੀ ਨਹੀਂ ਪੜ੍ਹਨਾ, ਲੱਲੇ ਤੇ ਅਧਿਕ ਵੀ ਨਹੀਂ ਪੜ੍ਹਨਾ। ਲਖ ਉਰਦੂ ਦਾ ਸ਼ਬਦ ਹੈ, ਜਿਹੜਾ ਸਾਡੀਆਂ ਇੰਦਰੀਆਂ ਦੀ ਸਮਝ ਤੋਂ ਉੱਪਰ ਹੋਵੇ ਨਾ, ਉਹਨੂੰ ਕਹਿੰਦੇ ਅਲਖ। ਪਰਮਾਤਮਾ ਅਲਖ ਹੈ, ਅਲਖ ਹੈ। ਉਹ ਸਾਡੀਆਂ ਇੰਦਰੀਆਂ ਦੀ ਸਮਝ ਤੋਂ ਉੱਪਰ ਹੈ, ਅਸੀਂ ਉਹਨੂੰ ਸਮਝ ਹੀ ਨਹੀਂ ਸਕਦੇ। ਇਸ ਲਈ ਉਹ ਕਹਿੰਦੇ ਨੇ ਅਲਖ ਹੈ। ਉਹ ਪਰਮਾਤਮਾ ਜੋ ਅਲਖ ਹੈ, ਕਹਿੰਦੇ ਉਹਨੂੰ ਸਦਾ ਹੀ ਧਿਆਉਣਾ। ਤਿਸੈ ਧਿਆਏ, ਉਸ ਇੱਕ ਪਰਮਾਤਮਾ ਨੂੰ ਜੋ ਅਲਖ ਹੈ, ਜੋ ਸਾਡੀ ਇੰਦਰੀ ਦੀ ਪਹੁੰਚ ਵਿੱਚ ਨਹੀਂ ਹੈ, ਜੋ ਸਾਡੀ ਇੰਦਰੀ ਦੀ ਪਹੁੰਚ ਤੋਂ ਉੱਪਰ ਹੈ, ਜੋ ਸਾਡੀ ਸਮਝ ਤੋਂ ਉੱਪਰ ਹੈ, ਉਸ ਪਰਮਾਤਮਾ ਨੂੰ ਧਿਆਉਣਾ। ਫਿਰ ਉਹ ਕੀ ਕਰੇਗਾ? ਈਹਾਂ ਊਹਾਂ ਨਾਨਕ ਤੇਰੀ ਰੱਖੈ। ਈਹਾਂ ਇਸ ਸੰਸਾਰ ਵਿੱਚ, ਊਹਾਂ ਪਰਲੋਕ ਵਿੱਚ, ਉਹ ਲੋਕ ਪਰਲੋਕ ਤੇਰੀ ਰੱਖਿਆ ਕਰੇਗਾ। ਲੋਕ ਆ ਜਿਹਨਾਂ 'ਚ ਸਮਾਂ ਅਸੀਂ ਜਿਉਣੇ ਇਸ ਸੰਸਾਰ ਵਿੱਚ, ਪਰਲੋਕ ਜਦੋਂ ਇਸ ਸੰਸਾਰ ਨੂੰ ਛੱਡ ਕੇ ਅਸੀਂ ਜਾਣਾ, ਦੂਜੇ ਸੰਸਾਰ 'ਚ ਜਾਣਾ, ਉਹ ਪਰਲੋਕ ਹੈ। ਪਰ ਮੈਂ ਬੇਗਾਨਾ ਲੋਕ, ਇਸ ਲੋਕ ਵਿੱਚ ਵੀ ਅਤੇ ਪਰਲੋਕ 'ਚ ਵਿੱਚ ਜਿਹੜਾ ਪਰਮਾਤਮਾ ਤੇਰੀ ਹਰ ਪ੍ਰਕਾਰ ਦੀ ਰੱਖਿਆ ਕਰੇਗਾ। ਇਹ ਨਹੀਂ ਫਿਰ ਜਮਦੂਤ ਤੈਨੂੰ ਕੋਈ ਕੁੱਟਣ ਲੱਗ ਜਾਣਗੇ। ਉਹਨਾਂ ਨੂੰ ਪਤਾ ਹੁੰਦਾ ਹੈ ਇਹ ਨਾਮ ਜਪਣ ਵਾਲਾ, ਇਹ ਨਾਮ ਜਪਣ ਵਾਲਾ। ਧਰਮਰਾਜ ਨੇ ਯਮਰਾਜ, ਜਿਹੜਾ ਜਮਦੂਤਾਂ ਦਾ ਗੁਰੂ ਹੈ,
ਯਮ ਰਾਜ, ਰਾਜਾ ਜਿਹੜਾ ਯਮਾਂ ਦਾ। ਧਰਮਰਾਜ ਨੇ ਕਿਹਾ ਵੀ ਹੈ ਯਮਰਾਜ, ਜਿੱਥੇ ਸਾਧੂ ਸੰਤ ਮਹਾਤਮਾ ਪਰਮਾਤਮਾ ਦਾ ਨਾਮ ਜਪਦੇ ਨੇ, ਜਿੱਥੇ ਕੀਰਤਨ ਹੋ ਰਿਹਾ ਹੈ, ਜਿੱਥੇ ਕੋਈ ਨਾਮ ਜਪ ਰਿਹਾ ਹੈ, ਤੇਰੇ ਜਮਦੂਤ ਉੱਥੇ ਨਹੀਂ ਜਾਣੇ ਚਾਹੀਦੇ। ਜੇ ਚਲੇ ਗਏ ਤਾਂ ਨਾ ਉਹਨਾਂ ਦਾ ਛੁਟਕਾਰਾ ਹੋਣਾ ਅਤੇ ਨਾ ਤੇਰਾ ਹੋਣਾ। ਇਸ ਲਈ ਜਮਦੂਤਾਂ ਦੀ ਤਾਕਤ ਹੀ ਨਹੀਂ ਹੈ। ਜਿਵੇਂ ਇੱਕ ਬੱਚਾ ਸੀ, ਜੋਤਸ਼ੀ ਨੇ ਕਹਿਤਾ ਵੀ ਇਹਦੀ ਉਮਰ ਸਿਰਫ 12 ਸਾਲ ਹੈ। ਉਹਦੀ ਮਾਂ ਨੂੰ ਕਹਿਤਾ। ਮਾਂ ਨੂੰ ਬੜੀ ਚਿੰਤਾ ਲੱਗ ਗਈ ਵੀ ਉਮਰ ਥੋੜ੍ਹੀ ਹੈ। ਜਦੋਂ 11.5 ਸਾਲ ਦਾ ਹੋ ਗਿਆ, ਕਲਕੱਤੇ ਦੇ ਵਿੱਚ ਇੱਕ ਆਨੰਦ ਮਾਂ ਨਾਮ ਦੀ ਬੀਬੀ ਰਹਿੰਦੀ ਸੀ, ਜਿਹੜੀ ਕਿ ਬਹੁਤ ਭਜਨ ਬੰਦਗੀ ਜੁੱਤੀ ਸੀ। ਮੈਂ ਇੱਕ ਵਾਰੀ ਪੜ੍ਹ ਰਿਹਾ ਸੀ, ਜਦੋਂ ਦੀਵਾਨ ਲਾਉਂਦੀ ਸੀ, ਘੱਟ ਤੋਂ ਘੱਟ 50,000 ਬੰਦਾ ਉਹਨੂੰ ਸੁਣਨ ਆਉਂਦਾ ਹੁੰਦਾ ਸੀ। ਆਨੰਦ ਮਾਂ ਨੂੰ ਉਹਦੇ ਡੇਰੇ 'ਚ ਛੱਡ ਆਏ। ਆਨੰਦ ਮਾਂ ਨੂੰ ਨਹੀਂ ਦੱਸਿਆ, ਨਾ ਹੀ ਬੱਚੇ ਨੂੰ ਦੱਸਿਆ ਕਿ ਇਹਦੀ ਉਮਰ ਥੋੜ੍ਹੀ ਰਹਿ ਗਈ ਹੈ। ਮਾਂ ਨੇ ਸੋਚਿਆ ਚਲੋ ਇੱਥੇ ਸੇਵਾ ਕਰੇਗਾ, ਇਹਦਾ ਜੀਵਨ ਕੋਈ ਲੇਖੇ ਲੱਗ ਜਾਏਗਾ। ਬੱਚਾ ਬਹੁਤ ਚੰਗਾ ਸੀ, ਰੋਜ਼ ਸੇਵਾ ਕਰਦਾ ਸੀ, ਸ਼ਾਮ ਨੂੰ ਘਰ ਵਾਪਸ ਆ ਜਾਂਦਾ ਸੀ। ਜਦੋਂ ਉਹਦੇ 7 ਦਿਨ ਬਾਕੀ ਰਹਿ ਗਏ ਨਾ ਬੱਚੇ ਦੇ ਮਰਨ 'ਚ, ਆਨੰਦ ਮਾਂ ਉਹਦੇ ਕੰਮ ਤੋਂ ਖੁਸ਼ ਹੋ ਕੇ ਕਹਿੰਦੇ, ਚਿਰੰਜੀਵੀ ਹੋ ਵੀ ਤੇਰੀ ਲੰਮੀ ਉਮਰ ਹੋਵੇ। ਬੱਚਾ ਬੜਾ ਖੁਸ਼ ਹੈ, ਕਹਿੰਦਾ ਮਾਂ ਅੱਜ ਆਨੰਦ ਮਾਂ ਨੇ ਮੈਨੂੰ ਕਿਹਾ ਤੇਰੀ ਲੰਮੀ ਉਮਰ ਹੋਵੇ। ਮਾਂ ਤਾਂ ਉਸੇ ਵੇਲੇ ਬੱਚੇ ਨੂੰ ਲੈ ਕੇ ਆਨੰਦ ਮਾਂ ਕੋਲ ਚਲੀ ਗਈ। ਉਹਨੂੰ ਕਹਿੰਦੀ ਵੀ ਜੋਤਸ਼ੀ ਨੇ ਤਾਂ ਕਿਹਾ ਤੇ ਸਿਰਫ 7 ਦਿਨ ਰਹਿ ਗਏ ਨੇ ਬਾਕੀ, ਅਤੇ ਤੁਸੀਂ ਕਿਹਾ ਤੇਰੀ ਲੰਮੀ ਉਮਰ ਹੋਵੇ। ਆਨੰਦ ਮਾਂ ਨੇ ਦਿਵ ਦ੍ਰਿਸ਼ਟੀ ਨਾਲ ਵੇਖਿਆ, ਕਹਿੰਦੇ ਹਾਂ ਭੈਣ ਜੀ, ਉਮਰ ਤਾਂ 7 ਦਿਨ ਹੀ ਰਹਿ ਗਈ, ਪਰ ਹੁਣ ਬਚਨ ਹੋ ਗਿਆ ਹੈ। ਹੁਣ ਬਚਨ ਹੋ ਗਿਆ, ਤੇਰੀ ਲੰਮੀ ਉਮਰ ਹੋਵੇ, ਤੁਸੀਂ ਫਿਕਰ ਨਾ ਕਰੋ। ਜਿਸ ਦਿਨ ਉਸਨੇ ਮਰਨਾ ਸੀ, ਉਹਦੀ ਉਮਰ ਪੂਰੀ ਹੋਣੀ ਸੀ ਬੱਚੇ ਦੀ। ਆਨੰਦ ਮਾਂ ਨੇ ਸਾਰੇ ਡੇਰੇ ਦੇ ਸਾਧੂ ਸੱਦ ਲਏ। ਗੋਲਦਾਰੇ ਕਹਿੰਦੇ ਬਹਿ ਜਾਓ ਸਾਰੇ। ਸਾਰੇ ਸਾਧੂਆਂ ਨੇ ਗੋਲਦਾਰੇ 'ਚ ਬਿਠਾ ਲਿਆ। ਕਹਿੰਦੇ ਇੱਕ ਦੂਜੇ ਦਾ ਹੱਥ ਫੜ ਲਓ, ਜਿਵੇਂ ਆਪਾਂ ਸੰਗਲ ਬਣਾ ਦਿੰਦੇ ਹਾਂ। ਸਾਰਿਆਂ ਨੇ ਇੱਕ ਦੂਜੇ ਦਾ ਹੱਥ ਫੜ ਲਿਆ। ਬੱਚੇ ਨੂੰ ਕਹਿੰਦੇ ਕਾਕਾ ਤੂੰ ਇਹਨਾਂ ਦੇ ਵਿਚਾਲੇ ਬਹਿ ਜਾ। ਕਹਿੰਦੇ ਤੁਸੀਂ ਰਾਮ ਰਾਮ ਕਰੀ ਜਾਣਾ, ਜਦੋਂ ਮੈਂ ਇਸ਼ਾਰਾ ਕਰਾਂਗੀ ਤੁਸੀਂ ਉੱਚੀ ਉੱਚੀ ਸਾਰਿਆਂ ਨੇ ਰਾਮ ਰਾਮ ਕਰਨਾ, ਗੂੰਜਾਂ ਪਾ ਦੇਣੀਆਂ ਨੇ, ਅਤੇ ਜਦੋਂ ਮੈਂ ਹੱਥ ਦਾ ਇਸ ਤਰ੍ਹਾਂ ਇਸ਼ਾਰਾ ਕਰਾਂਗੀ ਉਦੋਂ ਤੁਸੀਂ ਰਾਮ ਰਾਮ ਬੰਦ ਕਰ ਦੇਣਾ। ਮਾਂ ਵੀ, ਆਨੰਦ ਮਾਂ ਵੀ ਬੈਠੀ ਹੈ, ਬੱਚੇ ਦੀ ਮਾਂ ਵੀ ਬੈਠੀ ਹੈ, ਵੀ ਦੇਖੋ ਕੀ ਬਣਦਾ। ਜਦੋਂ ਆਨੰਦ ਮਾਂ ਨੇ ਦੇਖਿਆ ਕਿ ਆ ਗਏ ਨੇ 2 ਲੈਣ, ਉਹਨੇ ਇਸ਼ਾਰਾ ਕਰਤਾ, ਸਾਰੇ ਸਾਧੂ ਉੱਚੀ ਉੱਚੀ ਰਾਮ 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 ਕਹਿ ਰਹੇ ਨੇ। ਹੁਣ ਯਮਰਾਜ ਨੇ ਕਿਹਾ ਸੀ ਜਮਦੂਤਾਂ ਨੂੰ ਵੀ ਜਿੱਥੇ ਨਾਮ ਜਪਿਆ ਜਾ ਰਿਹਾ ਉੱਥੇ ਤੁਸੀਂ ਨਹੀਂ ਜਾਣਾ। ਉਹ ਬਾਹਰ ਖੜ੍ਹੇ ਨੇ, ਹੁਣ ਦੀ ਤਾਕਤ ਹੀ ਨਹੀਂ ਪੈ ਰਹੀ ਅੰਦਰ ਜਾਣ ਦੀ। ਉਹਨਾਂ ਦਾ ਵੀ ਇੱਕ ਸਮਾਂ ਹੁੰਦਾ, ਉਸ ਸਮੇਂ ਦੇ ਵਿੱਚ ਉਹਨਾਂ ਨੇ ਵਾਪਸ ਮੁੜਨਾ ਹੁੰਦਾ। ਜਦੋਂ ਉਹਨਾਂ ਦੇਖਿਆ ਵੀ ਅਸੀਂ ਅੰਦਰ ਨਹੀਂ ਜਾ ਸਕਦੇ, ਸਾਡਾ ਤਾਂ ਸਮਾਂ ਹੀ ਹੋ ਗਿਆ, ਉਹ ਵਾਪਸ ਚਲੇ ਗਏ। ਅਤੇ ਆਨੰਦ ਮਾਂ ਨੇ ਇਸ਼ਾਰਾ ਕਰਤਾ, ਰਾਮ ਰਾਮ ਬੰਦ ਕਰ ਦਿਓ। ਕਹਿੰਦੇ ਲਓ ਭੈਣ ਜੀ, ਤੁਹਾਡੇ ਬੱਚੇ ਦੀ ਉਮਰ ਹੁਣ ਵੱਧ ਗਈ ਹੈ, ਵੱਧ ਗਈ। ਇਸ ਲਈ ਨਾਮ ਜਿਹੜਾ ਬੰਦਾ ਜਪਦਾ, ਉਹਨੂੰ ਇਹ ਜਮਦੂਤਾਂ ਤੋਂ ਕੋਈ ਡਰਨ ਡਰਨ ਦੀ ਲੋੜ ਨਹੀਂ। ਜਮਦੂਤਾਂ ਨੇ ਤਾਂ ਆਉਣਾ ਹੀ ਨਹੀਂ, ਅਤੇ ਜੇ ਕਿਤੇ ਗਲਤੀ ਨਾਲ ਲੈ ਗਏ ਤਾਂ ਤੁਹਾਨੂੰ ਕਹਿਣਾ ਕੁਛ ਨਹੀਂ ਹੈ। ਉਹਨਾਂ ਨੂੰ ਪਤਾ ਲੱਗਦਾ ਇਹ ਬੰਦਾ ਨਾਮ ਜਪਣ ਵਾਲਾ, ਬਾਣੀ ਪੜ੍ਹਨ ਵਾਲਾ ਹੈ। ਇਸ ਲਈ ਪਰਮਾਤਮਾ ਇਹਾਂ ਉਹਾਂ, ਇੱਥੇ ਉੱਥੇ ਹੈ ਇਨਸਾਨ, ਪਰਮਾਤਮਾ ਤੇਰੀ ਰੱਖਿਆ ਕਰੇਗਾ। ਜੇ ਪ੍ਰਸਾਦ ਕਰੇ ਪੁੰਨ ਬਹੁ ਦਾਨ, ਜਿਸ ਪਰਮਾਤਮਾ ਦੀ ਕਿਰਪਾ ਨਾਲ ਤੂੰ ਬੜਾ ਪੁੰਨ ਦਾਨ ਕਰਦਾ ਹੈ। ਮਨ 8 ਪਹਿਰ ਕਰ ਤਿਸ ਕਾ ਧਿਆਨ, ਹੇ ਮਨ 8 ਪਹਿਰ
ਉਹਦਾ ਧਿਆਨ ਧਰ, ਉਹਦੇ ਵੱਲ ਧਿਆਨ ਦੇ, ਉਹਦਾ ਨਾਮ ਜਪ। ਜੇ ਪ੍ਰਸਾਦ ਤੂੰ ਆਚਾਰ ਵਿਵਹਾਰੀ, ਆਚਾਰ ਹੁੰਦਾ ਸ਼ੁਭ ਕਰਮ ਕਰਨਾ, ਜਿਹਦੀ ਕਿਰਪਾ ਨਾਲ ਤੂੰ ਸ਼ੁਭ ਕਰਮ ਕਰਦਾ, ਦੂਜਿਆਂ ਨਾਲ ਚੰਗਾ ਵਿਵਹਾਰ ਕਰਦਾ ਹੈ, ਤਿਸ ਪ੍ਰਭ ਕੋ ਸਾਸ ਸਾਸ ਚਿਤਾਰੇ, ਉਸ ਰੱਬ ਨੂੰ ਸਵਾਸ ਸਵਾਸ ਯਾਦ ਕਰ, ਚਿਤਾਰਨਾ ਦਾ ਯਾਦ ਕਰ, ਕਿ ਜਿਹਦੀ ਕਿਰਪਾ ਨਾਲ ਤੂੰ ਸ਼ੁਭ ਕਰਮ ਕਰਦਾ ਹੈ, ਲੋਕਾਂ ਨਾਲ ਠੀਕ ਵਿਹਾਰ ਕਰਦਾ ਹੈ, ਉਸ ਪਰਮਾਤਮਾ ਤੂੰ ਸਵਾਸ ਸਵਾਸ ਸਿਮਰਨ ਕਰ। ਜੇ ਪ੍ਰਸਾਦ ਤੇਰਾ ਸੁੰਦਰ ਰੂਪ, ਜਿਹਦੀ ਕਿਰਪਾ ਨਾਲ ਤੈਨੂੰ ਸੁੰਦਰ ਸਰੀਰ ਮਿਲਿਆ, ਸੁੰਦਰ ਰੂਪ ਮਿਲਿਆ। ਕਈ ਬੱਚੇ, ਬੰਦੇ, ਬੀਬੀਆਂ ਬੜੀਆਂ ਹੀ ਸੁੰਦਰ ਹੁੰਦੀਆਂ ਨੇ। ਮੈਂ ਕਹਿੰਦਾ ਦੇਖੋ, ਪਤਾ ਹੀ ਨਹੀਂ ਨਾ ਕਿਹੜਾ ਸ਼ੁਭ ਕਰਮ ਪਿਛਲੇ ਜਨਮ 'ਚ ਕੀਤਾ ਹੋਣਾ, ਵੀ ਪਰਮਾਤਮਾ ਨੇ ਕਿੰਨੀ ਸੁੰਦਰਤਾ ਦੇ ਕੇ ਭੇਜਿਆ ਹੈ। ਐਵੇਂ ਨਹੀਂ ਸੁੰਦਰਤਾ ਮਿਲਦੀ, ਐਵੇਂ ਨਹੀਂ ਸਰੀਰ ਦੇ ਪੂਰੇ ਅੰਗ ਮਿਲਦੇ। ਇਹ ਤਾਂ ਪਤਾ ਹੀ ਨਹੀਂ ਕਿਹੜਾ ਸ਼ੁਭ ਕਰਮ ਕੀਤਾ, ਜਿਸ ਦੇ ਨਤੀਜੇ ਵਜੋਂ ਫਿਰ ਸਾਨੂੰ ਸੁੰਦਰ ਸਰੀਰ, ਪੂਰਾ ਸਰੀਰ ਮਿਲਦਾ ਹੈ। ਜੇ ਪ੍ਰਸਾਦ ਤੇਰਾ ਸੁੰਦਰ ਰੂਪ, ਸੋ ਪ੍ਰਭ ਸਿਮਰੋ ਸਦਾ ਅਨੂਪ। ਅਨੂਪ ਸੁੰਦਰ ਨੂੰ ਕਹਿੰਦੇ ਨੇ, ਹਿੰਦੀ ਦਾ ਸ਼ਬਦ ਹੈ ਅਨੁਪਮ, ਅਤੀ ਸੁੰਦਰ। ਉਸ ਤੋਂ ਬਣਾਇਆ ਛੋਟਾ ਅਨੂਪ, ਅਤੀ ਸੁੰਦਰ। ਪਰਮਾਤਮਾ ਜੋ ਅਤੀ ਸੁੰਦਰ ਹੈ, ਕਿਉਂ ਕਹਿੰਦੇ ਸਤਿਅਮ ਸ਼ਿਵਮ ਸੁੰਦਰਮ। ਸਤ ਜਿਹੜਾ ਹੈ, ਸ਼ਿਵਮ ਭਾਵ ਗਿਆਨਵਾਨ ਹੈ, ਸੁੰਦਰਮ ਸੁੰਦਰ ਹੈ। ਸਤ ਗਿਆਨਵਾਨ ਵੀ ਹੁੰਦਾ, ਸਤ ਸੁੰਦਰ ਵੀ ਹੁੰਦਾ ਹੈ। ਪਰਮਾਤਮਾ ਜੋ ਅਤੀ ਸੁੰਦਰ ਹੈ, ਉਹਨੇ ਤੈਨੂੰ ਸੁੰਦਰਤਾ ਦਿੱਤੀ ਹੈ ਨਾ। ਉਸ ਨੇ ਤੈਨੂੰ ਸੁੰਦਰ ਸਰੀਰ ਦਿੱਤਾ ਹੈ। ਠੀਕ ਹੈ, ਸ਼ੀਸ਼ੇ 'ਚ ਬੜਾ ਵੇਖ, ਆਪਣੇ ਸਰੀਰ ਸਜਾ, ਸੋਹਣਾ ਬਣਾ, ਪਰ ਉਹਦਾ ਧੰਨਵਾਦ ਕਰ ਸੱਚੇ ਪਾਤਸ਼ਾਹ, ਤੂੰ ਕਿੰਨਾ ਸੋਹਣਾ ਸਰੀਰ ਦਿੱਤਾ ਹੈ। ਜਦੋਂ ਮੈਂ ਤੁਰਦਾ ਜਾਂ ਤੁਰਦੀ ਹਾਂ, ਲੋਕ ਮੇਰੀ ਸੁੰਦਰਤਾ ਨੂੰ ਵੇਖਦੇ ਨੇ। ਜਿਹੇ ਪ੍ਰਸਾਦ ਤੇਰੀ ਨੇਕੀ ਜਾਤ, ਨੇਕੀ ਹੁੰਦਾ ਵਧੀਆ, ਜਿਹਦੀ ਕਿਰਪਾ ਨਾਲ ਤੈਨੂੰ ਵਧੀਆ ਜਾਤ ਮਿਲੀ ਹੈ। ਇਹ ਨਹੀਂ ਕਿ ਉਹਦੇ ਬ੍ਰਾਹਮਣ ਹੈ ਜੀ, ਖੱਤਰੀ ਜਾਂ ਵੈਸ਼ ਹੈ। ਸਿੱਖ ਧਰਮ ਜਾਤ ਪਾਤ ਦੀ ਕੋਈ ਮਹਾਨਤਾ ਨਹੀਂ, ਕਿਉਂਕਿ ਪਰਮਾਤਮਾ ਕਿਸੇ ਨੂੰ ਉੱਚੀ ਨੀਵੀਂ ਜਾਤ ਦਿੰਦਾ ਹੀ ਨਹੀਂ ਹੈਗਾ। ਇਹ ਜਾਤਾਂ ਤਾਂ ਅਸੀਂ ਬਣਾਈਆਂ ਨੇ। 27 ਸਿਮਰਤੀਆਂ ਦੇ ਵਿੱਚ ਇੱਕ ਜਿਹੜਾ ਰਿਸ਼ੀ ਮਨੂ ਸਿਮਰਤੀ ਹੋਏ, ਉਹਨੇ ਲਿਖੀ ਹੈ ਮਨੂ। ਉਹਨੇ ਜਿਹੜਾ ਹੈ ਕੰਮ ਦੇ ਆਧਾਰ 'ਤੇ ਨਾਮ ਰੱਖੇ ਸਨ, ਮਗਰੋਂ ਇਹ ਜਾਤਾਂ ਬਣ ਗਈਆਂ। ਉਹਨੇ ਕਿਹਾ ਵੀ ਜਿਹੜਾ ਭਜਨ ਬੰਦਗੀ ਕਰੇਗਾ ਅਤੇ ਕਰਾਏਗਾ, ਉਹ ਹੋਏਗਾ ਬ੍ਰਾਹਮਣ। ਜਿਹੜਾ ਦੇਸ਼ ਦੀ ਰੱਖਿਆ ਕਰੇਗਾ, ਉਹ ਹੈਗਾ ਕਸ਼ਤਰੀ। ਜਿਹੜਾ ਲੋਕਾਂ ਦਾ ਪੇਟ ਪਾਲੇਗਾ, ਦੁਕਾਨਦਾਰੀ ਕਰੇਗਾ, ਖੇਤੀਬਾੜੀ ਕਰੇਗਾ, ਉਹ ਹੈਗਾ ਵੈਸ਼। ਅਤੇ ਜਿਹੜਾ ਭਾਈ ਸੇਵਾ ਕਰੇਗਾ ਦੂਜਿਆਂ ਦੀ, ਉਹ ਹੋਏਗਾ ਸ਼ੂਦਰ। ਕੰਮ ਦੀ ਵੰਡ ਕਰਤੀ। ਸਮਾਂ ਪਾ ਕੇ ਇਹ ਜਾਤਾਂ ਬਣ ਗਈਆਂ, ਅਤੇ ਅੱਜ ਤੱਕ ਇਹਨਾਂ ਜਾਤਾਂ ਦੇ ਵਿੱਚੋਂ ਨਿਕਲਿਆ ਨਹੀਂ ਜਾ ਸਕਦਾ। ਇਸ ਲਈ ਇਹ ਨਹੀਂ ਸਮਝਣਾ ਕਿ ਤੈਨੂੰ ਪਰਮਾਤਮਾ ਪੰਡਿਤ ਬਣਾ ਲਿਆ ਜਾਂ ਤੈਨੂੰ ਜੱਟ ਬਣਾਤਾ ਹੈ। ਨਹੀਂ, ਭਾਵ ਤੈਨੂੰ ਵਧੀਆ ਸਰੀਰ ਦਿੱਤਾ ਹੈ, ਕਿਉਂਕਿ ਜਿਹੜਾ ਮਨੁੱਖਾ ਜੀਵਨ ਹੈ, ਇਹਨੂੰ ਉੱਤਮ ਜਾਤੀ ਕਿਹਾ ਗਿਆ ਹੈ। ਮਨੁੱਖ ਜਾਤੀ ਨੂੰ ਸਾਰੀਆਂ ਜਾਤੀਆਂ ਦੇ ਵਿੱਚ ਉੱਤਮ ਜਾਤੀ ਕਿਹਾ ਗਿਆ ਹੈ। ਸੋ ਜਿਹਦੀ ਕਿਰਪਾ ਨਾਲ ਤੈਨੂੰ ਉੱਤਮ ਜਾਤੀ ਮਿਲੀ, ਮਨੁੱਖਾ ਜਾਤੀ, ਸੋ ਪ੍ਰਭ ਸਿਮਰ ਸਦਾ ਦਿਨ ਰਾਤ। ਉਸ ਪਰਮਾਤਮਾ ਨੂੰ ਦਿਨ ਰਾਤ ਸਿਮਰਨ ਕਰ, ਕਿਉਂਕਿ ਧੰਨਵਾਦ ਕਰਨਾ। ਪਹਿਲਾਂ ਜਿਵੇਂ ਲੰਗਰ ਆ ਗਿਆ ਹੈ, ਪਹਿਲਾਂ ਬੇਨਤੀ ਕਰੋ, ਸੱਚੇ ਪਾਤਸ਼ਾਹ ਤੇਰੀ ਬੜੀ ਕਿਰਪਾ ਹੈ, ਤੇਰੇ ਖਜ਼ਾਨਿਆਂ 'ਚ ਲੰਗਰ ਹਾਜ਼ਰ ਹੈ। ਧੰਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ, ਆਪ ਜੀ ਭੋਗ ਲਾਓ। ਇੱਕ ਵਾਰੀ ਭੈਣ ਬੇਬੇ ਨਾਨਕੀ ਨੇ ਗੁਰੂ ਨਾਨਕ ਦੇਵ ਨੂੰ ਪੁੱਛਿਆ, ਵੀ ਵੀਰ ਤੂੰ ਕਈ ਸਾਲਾਂ ਬਾਅਦ ਆਉਣੇ, ਅਤੇ ਮਰਦਾਨਾ ਜੀ ਕਹਿੰਦੇ ਨੇ ਤੁਸੀਂ ਨਾ ਕੋਈ ਖਾਂਦੇ ਹੋ ਨਾ ਪੀਂਦੇ ਹੋ, ਤੁਹਾਡਾ ਗੁਜ਼ਾਰਾ ਕਿਵੇਂ ਹੁੰਦਾ? ਕਹਿੰਦੇ ਭੈਣੇ, ਮੇਰੇ ਜਿਹੜੇ ਸਿੱਖ ਨੇ ਬਹੁਤ ਜ਼ਿਆਦਾ ਨੇ। ਜਦੋਂ ਉਹ ਕੋਈ ਵੀ ਚੀਜ਼ ਖਾਣ ਪੀਣ ਲੱਗਦੇ ਨੇ, ਉਹ ਸਾਡੇ ਤੋਂ ਪਹਿਲਾਂ ਭੋਗ ਲਾਉਂਦੇ ਨੇ। ਬਸ ਮੈਂ ਤਾਂ ਇਹੀ ਰੱਜ ਜਾਂਦਾ, ਮੈਨੂੰ ਤਾਂ ਖਾਣ ਦੀ ਲੋੜ ਹੀ ਨਹੀਂ ਪੈਂਦੀ, ਲੋੜ ਹੀ ਨਹੀਂ ਪੈਂਦੀ।
ਸੋ ਇਸ ਲਈ ਕਹਿੰਦੇ ਜਿਹੜਾ ਪਰਮਾਤਮਾ ਇੰਨਾ ਕੁਛ ਦਿੰਦਾ ਹੈ, ਭੋਜਨ ਆਇਆ, ਗੁਰੂ ਨਾਨਕ ਬੇਨਤੀ ਕਰੋ ਕਿ ਸੱਚੇ ਪਾਤਸ਼ਾਹ ਤੁਹਾਡੀ ਦਿੱਤੀਆਂ ਦਾਤਾਂ ਦੇ ਵਿੱਚੋਂ ਲੰਗਰ ਹਾਜ਼ਰ, ਆਪ ਜੀ ਭੋਗ ਲਓ, ਭੋਗ ਲਓ। ਫਿਰ 10 ਵਾਰੀ ਵਾਹਿਗੁਰੂ 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 ਕਰੋ, ਉਡੀਕ ਕਰੋ ਵੀ ਭੋਗ ਲੱਗ ਰਿਹਾ। ਉਹ ਸਾਨੂੰ ਦਿਸਣ ਨਾ ਦਿਸਣ, ਉਹ ਗੱਲ ਵੱਖਰੀ ਹੈ। ਇਹ ਨਹੀਂ ਕਿ ਨਾ ਭੋਗ ਨਹੀਂ ਲਾਉਂਦੇ। ਜਿਉਂ ਜਿਉਂ ਵਿਸ਼ਵਾਸ ਘਟਦਾ ਜਾ ਰਿਹਾ, ਹੁਣ ਕਹਿੰਦੇ ਜੀ ਪ੍ਰਵਾਨ ਕਰੋ ਜੀ। ਉਹ ਕਿ ਜੇ ਗੁਰੂ ਮਹਾਰਾਜ ਭੋਗ ਲਾਉਂਦੇ ਨੇ, ਫਿਰ ਉਹਨਾਂ ਨੂੰ ਲੈਟਰਿਨ ਆਉਂਦੀ ਹੋਏਗੀ, ਉਹ ਕਿਸੇ ਕਰਦੇ ਹੋਣਗੇ, ਅੱਗੋਂ ਅੱਗੋਂ ਕਰਦੇ ਨੇ। ਇਸ ਲਈ ਫਿਰ ਹੁਣ ਕਹਿੰਦੇ ਨੇ ਜੀ, ਹੁਣ ਕਹਿੰਦੇ ਨੇ ਪ੍ਰਵਾਨ ਕਰੋ ਵੀ ਪਰ ਹਾਂ ਜੀ ਤੁਹਾਡਾ ਭੋਜਨ ਪ੍ਰਵਾਨ ਹੈ, ਹੁਣ ਭਰਾਵਾ ਤੂੰ ਛਕ। ਲੱਗਦੇ ਸੀ ਭੋਗ, ਨਾਮਦੇਵ ਜੀ ਦੁੱਧ ਨਹੀਂ ਪੀਤਾ ਪਰਮਾਤਮਾ ਨੇ ਪ੍ਰਗਟ ਹੋ ਕੇ, ਪੀਤਾ ਨਾ। ਹੁਣ ਕੋਈ ਕਹਿੰਦੇ ਜੀ ਹਾਂ ਗੁਰੂ ਨਾਨਕ ਦੇ ਮੱਕਾ ਨਹੀਂ ਫੇਰਿਆ, ਨਾਮਦੇਵ ਜੀ ਜਿਹੜਾ ਮੰਦਰ ਫੇਰਿਆ ਅੱਜ ਤੱਕ ਸਬੂਤ ਹੈ ਉਸਦਾ, ਜਿਹਦੀ ਮਰਜ਼ੀ ਜਾ ਕੇ ਵੇਖ ਲਓ। ਜੇ ਨਾਮਦੇਵ ਜੀ ਮੰਦਰ ਘੁਮਾ ਸਕਦੇ ਨੇ ਤਾਂ ਕੀ ਗੁਰੂ ਨਾਨਕ ਦੀ ਮੱਕਾ ਨਹੀਂ ਘੁਮਾ ਸਕਦੇ? ਸਾਡੀ ਸ਼ਰਧਾ ਭਾਵਨਾ ਹੀ ਦਿਨੋਂ ਦਿਨ ਘਟਦੀ ਜਾ ਰਹੀ ਹੈ। ਅਸੀਂ ਕਹਿੰਦੇ ਸਾਡੇ ਗੁਰੂ ਤੇ ਪਤਾ ਨਹੀਂ ਸਾਡੇ ਵਰਗੇ ਹੀ ਸਨ, ਉਹ ਇੰਨੀਆਂ ਸ਼ਕਤੀਆਂ ਕਿੱਥੇ ਜੀ। ਹੌਲੀ ਹੌਲੀ ਅਸੀਂ ਜਿਹੜਾ ਅੰਮ੍ਰਿਤਸਰ ਸਰੋਵਰ ਹੈ ਉਹਨੂੰ ਵੀ ਐਂ ਕਹਾਂਗੇ ਤਾਂ ਕੋਈ ਤਲਾਬ ਹੈ ਜੀ, ਇਹ ਤਾਂ ਸਧਾਰਨ ਪਾਣੀ ਹੈ। ਉਹ ਭਲਿਓ ਮਾਨਸੋ, ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪਾਣੀ 'ਤੇ ਜਦੋਂ 5 ਬਾਣੀਆਂ ਪੜ੍ਹੀਆਂ ਨਾ, ਉਹ ਕੀ ਬਣ ਗਿਆ? ਅੰਮ੍ਰਿਤ। ਅਤੇ ਜਿਹੜਾ ਅੰਮ੍ਰਿਤ ਸਰੋਵਰ ਹੈ ਜਿੱਥੇ 24 ਘੰਟੇ ਕੀਰਤਨ ਹੁੰਦਾ ਰਹਿੰਦਾ, ਕੀ ਉਹ ਜਲ ਅੰਮ੍ਰਿਤ ਨਹੀਂ ਹੋਇਆ? ਅਤੇ ਅੰਮ੍ਰਿਤ ਦੇ ਵਿੱਚ ਨਹਾਉਣਾ ਅਤੇ ਅੰਮ੍ਰਿਤ ਨੂੰ ਪੀਣਾ, ਕਿੰਨੀ ਮਹਿਮਾ, ਕਿੰਨੀ ਮਹਾਨਤਾ ਹੈ। ਜੇ ਗੁਰੂ ਮਹਾਰਾਜ ਸਿਰਫ ਪਤਾਸੇ ਘੋਲੀ ਜਾਂਦੇ ਅਤੇ ਕੋਈ ਬਾਣੀ ਨਾ ਪੜ੍ਹਦੇ ਤਾਂ ਉਹ ਜਲ ਨੇ ਅੰਮ੍ਰਿਤ ਨਹੀਂ ਸੀ ਬਣਨਾ, ਉਹਨੇ ਸ਼ਰਬਤ ਹੋ ਜਾਣਾ ਸੀ। ਪਰ ਜਦੋਂ ਨਾ 5 ਬਾਣੀਆਂ ਪੜ੍ਹੀਆਂ ਨਾ, ਵਿੱਚ ਨਿਗਾਹ ਗੱਡ ਕੇ ਪਾਣੀ ਦੇ ਵਿੱਚ ਸਾਰੀ ਸ਼ਕਤੀ ਬਾਣੀਆਂ ਦੀ ਪਾਣੀ 'ਚ ਚਲੀ ਗਈ, ਉਹਦੀ ਤਸੀਰ ਹੀ ਬਦਲਦੀ ਹੈ। ਜਿਹੜਾ ਪੀਂਦਾ ਉਹੀ ਬਸ ਅਮਰ ਹੋ ਜਾਂਦਾ। ਸੋ ਇਸ ਲਈ ਗੁਰੂ ਮਹਾਰਾਜ ਕਿਰਪਾ ਕਰਨ ਸਾਡੀ ਸ਼ਰਧਾ ਭਾਵਨਾ ਨਾ ਘਟੇ। ਜਿਹ ਪ੍ਰਸਾਦ ਤੇਰੀ ਪਤਰ ਹੈ, ਜਿਹਦੀ ਕਿਰਪਾ ਨਾਲ ਤੇਰੀ ਇੱਜ਼ਤ ਕਾਇਮ ਹੈ ਨਾ, ਕਿਉਂਕਿ ਬੇਪਤੀ ਕਦੇ ਵੀ ਹੋ ਸਕਦੀ ਹੈ। ਇਹ ਨਾ ਸਮਝੋ ਗੁਰਬਾਣੀ ਅਭੀ ਤਾਂ ਨਾਵ ਸਮੁੰਦਰ ਮੇਂ ਕਿਆ ਜਾਣੇ ਕਿਆ ਹੋਏ। ਅਜੇ ਤਾਂ ਜੀਵਨ ਕਿਸ਼ਤੀ ਜਿਹੜੀ ਸਮੁੰਦਰ 'ਚ ਹੈ, ਪਰਲੇ ਕਿਨਾਰੇ ਨਹੀਂ ਲੱਗੀ, ਪਤਾ ਨਹੀਂ ਲੱਗੇਗੀ ਕਿ ਨਹੀਂ ਲੱਗੇਗੀ, ਅਜੇ ਕੀ ਪਤਾ। ਜਿੰਨਾ ਚਿਰ ਅਸੀਂ ਮਰ ਨਹੀਂ ਜਾਂਦੇ, ਕੁਝ ਵੀ ਗਲਤੀ ਮਨੁੱਖ ਤੋਂ ਹੋ ਸਕਦੀ ਹੈ। ਇਹ ਨਾ ਸਮਝੋ ਮੈਂ ਬੜਾ ਸਿਆਣਾ, ਹੋ ਨਹੀਂ ਸਕਦੀ, ਸਭ ਕੁਝ ਹੋ ਸਕਦਾ ਹੈ। ਜਿਹੜੇ ਆਪਣੇ ਆਪ ਨੂੰ ਬੜੇ ਬੜੇ ਸਿਆਣੇ ਕਹਿੰਦੇ ਸੀ, ਅੱਜ ਜੇਲ੍ਹਾਂ 'ਚ ਬੈਠੇ ਨੇ। ਸਗੋਂ ਜਿਹੜਾ ਬਹੁਤਾ ਸਿਆਣਾ ਗਿਣਦਾ ਨਾ, ਉਹ ਹਉਮੈ 'ਚ ਆ ਜਾਂਦਾ ਅਤੇ ਪਰਮਾਤਮਾ ਨੂੰ ਹਉਮੈ ਨਹੀਂ ਚੰਗੀ ਲੱਗਦੀ। ਹਉਮੈ ਨਾਮੈ ਨਾਲ ਵਿਰੋਧ ਹੈ, ਦੋਏ ਨਾ ਵਸੈ ਇਕਠਾਈ। ਜਦੋਂ ਮਨੁੱਖ ਦੇ ਅੰਦਰ ਹਉਮੈ ਆਉਂਦੀ ਹੈ, ਉਹ ਪਰਮਾਤਮਾ ਉਹਨੂੰ ਪਸੰਦ ਹੀ ਨਹੀਂ ਕਰਦਾ। ਇਸ ਲਈ ਗੁਰੂ ਮਹਾਰਾਜ ਕਹਿੰਦੇ ਜਿਹ ਪ੍ਰਸਾਦ ਤੇਰੀ ਪਤਰ ਹੈ, ਗੁਰ ਪ੍ਰਸਾਦ ਨਾਨਕ ਜਸ ਕਹੈ। ਗੁਰੂ ਦੀ ਕਿਰਪਾ ਨਾਲ ਗੁਰੂ ਮਹਾਰਾਜ ਕਹਿਆ ਅਸੀਂ ਉਹਦਾ ਜਸ ਕਹਿੰਦੇ ਹਾਂ। ਭਾਈ ਤੂੰ ਗੁਰੂ ਦੀ ਕਿਰਪਾ ਨਾਲ ਉਹਦਾ ਜਸ ਕਰ, ਉਹਦੀ ਵਡਿਆਈ ਕਰ, ਜਿਸ ਦੀ ਕਿਰਪਾ ਨਾਲ ਤੇਰੀ ਇੱਜ਼ਤ ਰਹਿੰਦੀ ਹੈ। ਸਤਿਕਾਰਯੋਗ ਸਾਧ ਸੰਗਤ ਸਮਾਂ ਹੋ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।